कि बाबा साहब डॉक्टर अंबेडकर ने किया कि पोलिटिकल पावर इज द मास्टर की ऑफ ऑल प्रॉब्लम। ਉਹ ਦੇਸ਼ ਦੀ ਹੁਕਮਰਾਨ ਪਾਰਟੀ ਆ। ਮੈਂ ਉਹਨੂੰ ਛੱਡ ਕੇ 6 ਸਾਲ ਉੱਥੇ ਰਹਿ ਕੇ ਛੱਡ ਕੇ ਮੈਂ ਇੱਥੇ ਅੰਬ ਖਾਣ ਆਉਣੇ ਸੀ। ਇਹਨਾਂ ਤੋਂ ਮੈਂ ਕੀ ਲੈਣਾ ਸੀ? ਇਹ ਜਿਹੜੇ ਵਿਰੋਧ ਆ ਇਹ ਗੜੀ ਸਾਹਿਬ ਦੀ ਮਿਸਮੈਨੇਜਮੈਂਟ ਆ। ਵਿੱਚ ਬੇਨੀਵਾਲ ਸਾਹਿਬ ਦੋਨੇ ਬੰਦੇ ਜਿਹੜੇ ਆ ਇਹ ਸਹੀ ਢੰਗ ਨਾਲ ਨਹੀਂ ਗੇਮ ਨੂੰ ਚਲਾ ਸਕਦੇ। ਇਹ ਗੜੀ ਲੱਭਣਾ ਨਹੀਂ ਮੁੜ ਕੇ ਕਿੱਥੇ ਗਿਆ। ਜਿੰਨੇ ਪਹਿਲਾਂ ਪ੍ਰਧਾਨ ਬਣੇ ਉਹ ਨਹੀਂ ਲੱਭ ਰਹੇ ਕਿੱਥੇ ਗਏ। ਇੱਦਾਂ ਗੜੀ ਨਹੀਂ ਲੱਭਣਾ, ਨਵਾਂ ਆ ਜਾਊਗਾ ਕੋਈ। ਗੜੀ ਤਾਂ ਵਿਚਾਰਾ ਬਲੀ ਦਾ ਬੱਕਰਾ ਆ, ਇਹ ਤਾਂ ਚੋਣਾਂ ਤੱਕ ਆ। ਅਗਰ ਗੜੀ ਕਹਿ ਪੰਜਾਬ 'ਚ ਅਗਰ ਸਰਕਾਰ ਬਣਾ ਜਾਵੇ, ਮੈਂ ਮੂੰਹ ਥਾਣੀ ਹੱਥ ਫੇਰਦਾ, ਲੈ ਬਣਾ ਕੇ ਦਿਖਾ ਦੇਵੇ। ਚਲੋ ਮੈਂ ਫਲਜਿੰਦਰ ਤੂ ਤੇ ਤੁਸੀਂ ਦੇਖ ਰਹੇ ਹੋ ਫੈਨ ਅੰਬੇਡਕਰ ਟੀਵੀ। ਅੱਜ ਅਸੀਂ ਗੱਲਬਾਤ ਕਰਾਂਗੇ ਦੇਸ਼ ਦੀ ਸਭ ਤੋਂ ਵੱਡੀ ਤੀਸਰੀ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਮੌਜੂਦਾ ਪੰਜਾਬ ਦੇ ਹਾਲਾਤਾਂ ਬਾਰੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਕਿਤੇ ਨਾ ਕਿਤੇ ਦੋ ਧੜੇ ਨਜ਼ਰ ਆ ਰਹੇ, ਔਰ ਇੱਕ ਧੜੇ ਦਾ ਇਲਜ਼ਾਮ ਹੈ ਕਿ ਪੰਜਾਬ ਚੰਡੀਗੜ੍ਹ ਇੰਚਾਰਜ ਰਣਧੀਰ ਸਿੰਘ ਬੈਣੀਪਾਲ ਔਰ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜੀ, ਜਿਨ੍ਹਾਂ ਦਾ ਕਿ ਪਾਰਟੀ ਦੇ ਵਰਕਰਾਂ ਦੇ ਪ੍ਰਤੀ ਰਵੱਈਆ ਤਾਨਾਸ਼ਾਹ ਆ। ਔਰ ਦੂਜੀ ਜਗ੍ਹਾ ਅਗਰ ਆਪਾਂ ਜਸਬੀਰ ਸਿੰਘ ਗੜੀ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਜੋ ਪਾਰਟੀ ਦੇ ਵਿੱਚ ਕੁਝ ਅਜਿਹੋ ਜਿਹੇ ਮਤਭੇਦ ਚੱਲ ਰਹੇ ਔਰ ਜਿਨ੍ਹਾਂ ਨੂੰ ਕਿ ਪਿਆਰ ਨਾਲ ਹੱਲ ਕੀਤਾ ਜਾਊਗਾ। ਸੋ ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਲ। ਬਹੁਤ ਸਮਾਂ ਜਿਨ੍ਹਾਂ ਨੇ ਲੰਬਾ ਸਮਾਂ ਕੰਮ ਕੀਤਾ ਔਰ ਉਹਨਾਂ ਦੁਆਰਾ ਹੀ ਨਿਯੁਕਤ ਕੀਤੇ ਗਏ ਬਹੁਜਨ ਸਮਾਜ ਪਾਰਟੀ ਦੇ ਜੋ ਸਾਬਕਾ ਮੀਤ ਪ੍ਰਧਾਨ ਨੇ ਸ਼੍ਰੀ MP ਗੁਰਾਇਆ ਜੀ, ਉਹ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ MP ਗੁਰਾਇਆ ਸਾਹਿਬ ਤੁਹਾਡਾ ਫੈਨ ਅੰਬੇਡਕਰ ਟੀਵੀ ਵੱਲੋਂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਵੈਲਕਮ ਜੀ। ਸਰ, ਅੱਜ ਦੇ ਜੋ ਪੰਜਾਬ ਦੇ ਵਿੱਚ ਪਾਰਟੀ ਦੇ ਜੋ ਹਾਲਾਤ ਆ, ਕਰੀਬ ਦੋ ਧੜੇ ਬਣੇ ਨਜ਼ਰ ਆ ਰਹੇ ਆ। ਤੁਹਾਨੂੰ ਕੀ ਲੱਗਦਾ ਇਹ ਸਭ ਦੇਖ ਕੇ? ਤੁਸੀਂ ਖੁਦ ਇਹਨਾਂ ਦੇ ਵਿੱਚ ਮਸ਼ਰੂਬ ਵੀ ਹੁੰਦੇ ਹੋ। ਦੋ ਧੜੇ ਬਣਨ ਦਾ ਕਾਰਨ ਇਹ ਆ ਕਿ ਇੱਕ ਤਾਂ ਬਹੁਜਨ ਸਮਾਜ ਪਾਰਟੀ ਅੱਜ ਦੀ ਡੇਟ ਵਿੱਚ ਇਹ ਲੋਕ ਕਹਿ ਰਹੇ ਕਿ ਇੱਕ ਰਾਜਨੀਤਿਕ ਪਾਰਟੀ ਹੈ ਜੀ। ਬਹੁਜਨ ਸਮਾਜ ਪਾਰਟੀ ਇੱਕ ਅੰਦੋਲਨ ਦਾ ਨਾਂ ਹੈ ਜਿਹੜਾ ਸਾਹਿਬ ਕਾਂਸ਼ੀ ਰਾਮ ਜੀ ਨੇ ਅੰਦੋਲਨ ਜਿਹੜਾ ਉਹ 1984 ਦੇ ਵਿੱਚ ਸ਼ੁਰੂ ਕੀਤਾ ਹੈ ਜੀ। ਮਿਸਮੈਨੇਜਮੈਂਟ ਆ ਕਿ ਅੱਜ ਦੀ ਜਿਹੜੀ ਲੀਡਰਸ਼ਿਪ ਆ ਉਹ ਕਲੈਕਟਿਵ ਲੀਡਰਸ਼ਿਪ ਲੈ ਕੇ ਨਹੀਂ ਚੱਲਦੀ ਜੀ। ਮੌਜੂਦਾ ਪ੍ਰਧਾਨ ਜਿਹੜੇ ਆ ਸ਼੍ਰੀ ਗੜੀ ਸਾਹਿਬ, ਜੇ ਉਹ ਇਹ ਚਾਹਣ ਕਿ ਮੈਂ ਸਾਰੇ ਲੋਕਾਂ ਨੂੰ, ਸਾਰੇ ਲੀਡਰ ਜਿੰਨੇ ਪੁਰਾਣੇ ਘਰਾਂ ਵਿੱਚ ਵੀ ਬੈਠੇ ਆ, ਅਗਰ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਤਾਂ ਬਹੁਜਨ ਸਮਾਜ ਪਾਰਟੀ ਜਿਹੜਾ ਬਹੁਤ ਵੱਡੇ ਪੈਮਾਨੇ ਦੇ ਉੱਤੇ ਇੱਕ ਵਧੀਆ ਰਿਜ਼ਲਟ ਪੇਸ਼ ਕਰ ਸਕਦੀ। ਪਰ ਜਿੱਤ ਕੋਈ ਨਹੀਂ ਸਕਦਾ, ਰਿਜ਼ਲਟ ਪੇਸ਼ ਕਰ ਸਕਦੀ। ਤੁਸੀਂ ਇਹ ਕਿ ਜਿੱਤ ਨਹੀਂ ਸਕਦਾ, ਕੀ ਕਾਰਨ, ਕਿਉਂ? ਜਿੱਤਣ ਦਾ ਇਹ ਆ ਕਿ ਜਿਸ ਵੇਲੇ ਲਾਸਟ ਟਾਈਮ ਅਸੀਂ ਇੱਕ ਵਾਰ ਦੇਵੀਦਾਸ ਨਾਰ, ਸਤਨਾਮ ਸਿੰਘ ਕੈਂਥ ਜਾਂ ਹੋਰ ਬੰਦਿਆਂ ਨੂੰ ਉਦੋਂ ਅਸੀਂ ਉਪਰਾਲਾ ਕੀਤਾ ਅਤੇ ਸਾਰਿਆਂ ਨੂੰ ਇਕੱਠੇ ਕਰ ਲਿਆ ਅਤੇ ਪਾਰਟੀ ਦਾ ਵੋਟਿੰਗ ਪਰਸੈਂਟੇਜ ਵੱਧ ਗਿਆ ਸੀ। ਉਦੋਂ 7.85 7.85% ਜਿਹੜਾ ਪਾਰਟੀ ਨੂੰ ਵੋਟ ਪਿਆ। ਉਸ ਤੋਂ ਪਹਿਲਾਂ ਤੁਸੀਂ ਅਗਰ ਪਿੱਛੇ ਪਿਛੋਕੜ ਵੱਲ ਨਜ਼ਰ ਮਾਰ ਲਓ, ਜਦੋਂ 9 MLA ਜਿਹੜੇ ਬਹੁਜਨ ਸਮਾਜ ਪਾਰਟੀ ਦੇ ਜਿੱਤੇ ਸੀ, ਉਦੋਂ 1992 ਦੇ ਵਿੱਚ 13% ਵੋਟ ਪਈ ਸੀ। ਅਕਾਲੀ ਦਲ ਨੇ ਉਦੋਂ ਬਾਈਕਾਟ ਕੀਤਾ ਸੀ, ਕਾਂਗਰਸ ਨੇ ਤਾਂ BSP ਨੇ ਇਲੈਕਸ਼ਨ ਕੰਟੈਸਟ ਕੀਤਾ ਸੀ। ਜਿਹਨੂੰ 300 ਵੋਟ ਪਈ ਸੀ, ਜਿਹਨੂੰ 1200 ਵੋਟ ਪਈ, ਜਿਹਨੂੰ 1000 ਵੋਟ ਪਈ, ਉਹ ਲੋਕ ਵੀ MLA ਬਣ ਗਏ ਸੀ। ਉਦੋਂ ਹਜ਼ਾਰਾਂ 'ਚ ਨਹੀਂ ਪਈਆਂ ਸੀ, ਸਿਰਫ ਸੈਂਕੜਿਆਂ 'ਚ ਵੋਟਾਂ ਪਈਆਂ ਸੀ ਅਤੇ ਉਹ ਲੋਕ MLA ਬਣ ਗਏ। ਉਦੋਂ ਸਾਡਾ ਵੀ 9 ਬੰਦਿਆਂ ਦਾ ਸੂਤ ਲੱਗ ਗਿਆ ਅਤੇ 9 MLA ਸਾਡੇ ਬਹੁਜਨ ਸਮਾਜ ਪਾਰਟੀ ਦੇ ਵੀ ਬਣ ਗਏ। 97 'ਚ ਜਦੋਂ ਦੁਬਾਰਾ ਇਲੈਕਸ਼ਨ ਹੋਈ ਅਤੇ 97 ਵਿੱਚ ਸਿਮਰਨਜੀਤ ਸਿੰਘ ਮਾਨ ਦੇ ਨਾਲ ਬਸਪਾ ਦਾ ਸਮਝੌਤਾ ਹੋਇਆ ਤਾਂ ਗੜ੍ਹ ਸ਼ੰਕਰ ਤੋਂ ਸ਼ਿੰਗਾਰਾ ਰਾਮ ਸ਼ੂੰਗੜਾ ਦੂਸਰੀ ਟਰਮ ਦੇ ਵਿੱਚ ਜਿੱਤੇ ਅਤੇ ਬਾਕੀ ਸਾਰੇ ਦੇ ਹਾਰ ਗਏ। ਅਤੇ ਉਸ ਵੇਲੇ ਪਾਰਟੀ ਨੂੰ ਵੋਟ ਜਿਹੜਾ ਸੀ 18 ਤੋਂ 20% ਤੱਕ ਜਿਹੜਾ ਉਹ ਵੋਟ ਬੈਂਕ ਜਿਹੜਾ ਪਾਰਟੀ ਨੂੰ ਪਿਆ। ਅਤੇ ਬਦਕਿਸਮਤੀ ਇਹ ਹੈ, ਜਿਹੜਾ ਤੁਹਾਡਾ ਸਵਾਲ ਸੀ ਕਿ ਅੱਜ ਜਿੱਤ ਕਿਉਂ ਨਹੀਂ ਸਕਦੇ, ਕਿਉਂ ਅੱਜ ਦੇ ਐਟ ਪ੍ਰੈਜੈਂਟ ਟਾਈਮ ਦੇ ਉੱਤੇ ਜਿਹੜਾ ਪਿਛਲੇ ਸਮੇਂ ਹੁਣ ਨਿਕਲ ਕੇ ਗਈ ਇਲੈਕਸ਼ਨ, ਉਦੋਂ ਪਾਰਟੀ ਨੂੰ ਸਿਰਫ ਮਾਤਰ 1% ਵੋਟ ਬੈਂਕ ਪੰਜਾਬ 'ਚ ਪਿਆ। ਜਦ ਗੜੀ ਸਾਹਿਬ ਨਾਲ ਗੱਲਬਾਤ ਕਰਦੇ ਉਹ ਤਾਂ ਕਹਿ ਰਹੇ ਆ ਕਿ ਪਾਰਟੀ ਦਾ ਵੋਟ ਬੈਂਕ ਵਧਿਆ ਅੱਗੇ ਨਾਲ।
ਹੁਣ ਮੈਂ ਘਰ ਬੈਠਾ ਜੋ ਮਰਜ਼ੀ ਕਹੀ ਚੱਲਾਂ, ਜੇ ਪਾਰਟੀ ਦਾ ਵੋਟ ਬੈਂਕ ਉਹ ਕਹਿੰਦੇ ਵਧਿਆ ਤਾਂ ਔਨ ਰਿਕਾਰਡ ਹੈ ਨਾ ਚੀਫ ਇਲੈਕਸ਼ਨ ਕਮਿਸ਼ਨ ਦੇ ਕੋਲੋਂ ਤੁਸੀਂ ਕਢਵਾ ਕੇ ਦੇਖ ਲਓ ਵੀ ਸਟੇਟ ਦੇ ਅੰਦਰ ਬਹੁਜਨ ਸਮਾਜ ਪਾਰਟੀ ਨੂੰ ਵੋਟ ਬੈਂਕ ਕਿੰਨੇ % ਪਿਆ। 1% ਵੋਟ ਬੈਂਕ ਅਗਰ ਪਾਰਟੀ ਨੂੰ ਪੈ ਰਿਹਾ, ਤੁਸੀਂ ਦੇਖੋ ਕਿ ਜਦੋਂ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਤੇ ਜਦੋਂ ਕਾਂਸ਼ੀ ਰਾਮ ਜੀ ਨੇ ਇਸ ਮੂਵਮੈਂਟ ਨੂੰ 1984 ਤੋਂ ਚਲਾਇਆ ਤੇ ਜਿੰਨੀਆਂ ਇਲੈਕਸ਼ਨਾਂ ਉਹਨਾਂ ਨੇ ਲੜੀਆਂ, ਲੜਦੇ 13 ਕਰੋੜ ਵੋਟਰ ਪਾਰਟੀ ਦੇ ਨਾਲ ਜੁੜਿਆ ਸੀ। 1 ਕਰੋੜ ਨਹੀਂ, 13 ਕਰੋੜ ਵੋਟਰ। ਤੇ ਅੱਜ ਉਹ 13 ਚੋਂ 11 ਕਰੋੜ ਵੋਟਰ ਟੁੱਟ ਕੇ ਚਲੇ ਗਿਆ ਨੈਸ਼ਨਲ ਲੈਵਲ ਤੇ ਸਿਰਫ ਸਾਡੇ ਕੋਲ ਪਾਰਟੀ ਨੂੰ ਨੈਸ਼ਨਲ ਲੈਵਲ ਤੇ 2 ਕਰੋੜ ਵੋਟਾਂ ਪਈਆਂ ਤੇ 11 ਕਰੋੜ ਜਿਹੜਾ ਵੋਟਰ ਟੁੱਟ ਕੇ ਚਲੇ ਗਿਆ ਉਹਨੂੰ ਅਸੀਂ ਘਰ ਵਾਪਸੀ ਲਿਆਉਣ ਲਈ ਕੀ ਕਰ ਰਹੇ। ਤੇ ਇੱਦਾਂ ਹੀ ਸਟੇਟ ਦੇ ਅੰਦਰ ਵੀ 1% ਵੋਟ ਬੈਂਕ ਆ, ਜਿਹੜੇ ਜਦ ਕਿ ਅਸੀਂ ਪਿਛਲੀ ਵਾਰ ਜਿਹੜਾ ਅਸੀਂ ਉਪਰਾਲਾ ਕੀਤਾ ਸੀ 7.85 ਹੋਇਆ ਸੀ, ਤਾਂ ਉਹਦੇ ਵਿੱਚੋਂ ਵੀ 6.85% ਵੋਟਰ ਸਾਡਾ ਟੁੱਟ ਕੇ ਚਲੇ ਗਿਆ। ਪਾਰਟੀ ਨੇ ਹਾਲੇ ਤੱਕ ਵੀ ਕੋਈ ਵੀ ਉਪਰਾਲਾ ਐਸਾ ਨਹੀਂ ਕੀਤਾ ਕਿ ਕਲੈਕਟਿਵ ਲੀਡਰਸ਼ਿਪ ਨੂੰ ਉਠਾ ਕੇ ਉਹਨੂੰ ਬਣਾ ਕੇ ਸਾਰਿਆਂ ਦੀ ਸਹਿਮਤੀ ਦੇ ਨਾਲ ਚੱਲਿਆ ਜਾਵੇ। ਤੇ ਘਰ ਘਰ ਜਿੰਨੀ ਦੇਰ ਤੱਕ ਅਸੀਂ ਬਹੁਜਨ ਨੂੰ ਸਰਬਜਨ, ਜਿਹੜੀ ਅਸੀਂ ਅੱਜ ਭੈਣ ਜੀ ਨੇ ਹੁਕਮ ਕੀਤਾ ਕਿ ਸਰਬਜਨ ਹਿਤਾਏ ਸਰਬਜਨ ਸਿਖਾਏ, ਅਗਰ ਸਰਬਜਨ ਬਣਾਉਣਾ ਆ ਤੇ ਬ੍ਰਾਹਮਣ ਬਾਣੀਆਂ ਕਸ਼ਤਰੀ ਉਹਨਾਂ 'ਚ ਵੀ ਗਰੀਬ ਜਨਤਾ ਬਹੁਤ ਹੈ, ਉਹਨਾਂ ਨੂੰ ਵੀ ਨਾਲ ਲੈਣਾ ਪਊ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਸਾਰੇ ਵਰਗ ਦੇ ਲੋਕਾਂ ਨੂੰ ਭਾਰਤ ਦੇ ਵਿੱਚ ਜਿੰਨੀਆਂ ਵੀ ਜਾਤੀ ਧਰਮ ਮਜ਼ਹਬ ਰਹਿੰਦੇ ਆ ਉਹਨਾਂ ਨੂੰ ਇੱਕ ਵੋਟ ਦਾ ਰਾਈਟ ਹਰੇਕ ਨੂੰ ਪ੍ਰੋਵਾਈਡ ਕੀਤਾ। ਹਰ ਬੰਦਾ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਮੰਨਦਾ ਆ ਉਹ ਜਦੋਂ ਵੋਟ ਪਾਉਣ ਜਾਊਗਾ ਉਹ ਡਾਕਟਰ ਅੰਬੇਦਕਰ ਨੇ 3 ਫੁੱਟ ਦਾ ਉੱਥੇ ਕੱਪੜਾ ਵੀ ਲਾਇਆ ਆ, ਮਸ਼ੀਨ ਅੰਦਰ ਪਈ ਆ, ਤੁਸੀਂ ਨਿਰਪੱਖ ਹੋ ਕੇ ਨਿਡਰ ਹੋ ਕੇ ਜਾ ਕੇ ਬਟਨ ਦੱਬਣਾ। ਹੁਣ ਤੁਸੀਂ ਉੱਥੇ ਜਾ ਕੇ ਬਟਨ ਕਿਹਨੂੰ ਦੱਬਦੇ, ਕਿਸੇ ਦਬਾਅ ਦੇ ਵਿੱਚ ਆ ਕੇ ਦੱਬਦੇ ਆ, ਕੋਈ ਤੁਹਾਡੇ ਉੱਤੇ ਤਲਵਾਰ ਲਟਕਦੀ ਤਦ ਦੱਬਦੇ ਆ। ਜੇ ਤੁਸੀਂ ਨਿਰਪੱਖ ਹੋ ਕੇ ਉੱਥੇ ਵੋਟ ਨਹੀਂ ਪਾ ਸਕਦੇ ਤੇ ਅੱਜ ਪੰਜਾਬ 'ਚ 34% ਆ ਧਰਮੀਆਂ ਦੀ ਆਬਾਦੀ, ਆ ਧਰਮੀ ਵਾਲਮੀਕੀ ਮਜ਼੍ਹਬੀ ਜਿਹੜੇ ਅਸੀਂ ਕਹਿੰਦੇ ਵੀ ਇਹਨਾਂ ਦੀ ਆਬਾਦੀ 46% ਬੈਕਵਰਡ ਕਲਾਸਿਸ ਦੀ ਆਬਾਦੀ, ਪੰਜਾਬ ਦਾ ਮੁੱਖ ਮੰਤਰੀ ਫੇਰ ਜੱਟ ਬਣਦਾ ਤੇ ਸਾਨੂੰ BSP ਨੂੰ ਵੋਟ 1% ਪੈਂਦੀ ਆ। ਤੇ ਗੜੀ ਸਾਹਿਬ ਨੇ ਕਦੀ ਇਹਦੇ ਵੱਲ ਧਿਆਨ ਦਿੱਤਾ ਔਰ ਅੱਜ ਬਸਪਾ ਜਿਹੜੀ 2 ਧਿਰਾਂ ਦੇ ਵਿੱਚ ਵੰਡੀ ਜਾ ਰਹੀ। ਇੱਕ ਧਿਰ ਜਿਹੜੇ ਆ ਨਾਰਾਜ਼ ਹੋਏ ਆਗੂ ਉਹ ਇਹਨਾਂ ਨੂੰ ਲਾਉਣਾ ਚਾਹੁੰਦੇ ਆ, ਇੱਕ ਪਾਸੇ ਇਹ ਇਲੈਕਟਡ ਆ, ਇਹਨਾਂ ਨੂੰ ਭੈਣ ਜੀ ਨੇ ਬਣਾਇਆ ਜਾਂ ਸਟੇਟ ਦੇ ਇੰਚਾਰਜ ਨੇ ਇਹਨੂੰ ਲਾਇਆ। ਤੇ ਇਹ ਜਿੰਨੀ ਦੇਰ ਤੱਕ ਕਲੈਕਟਿਵ ਲੀਡਰਸ਼ਿਪ ਲੈ ਕੇ ਨਹੀਂ ਚੱਲੂਗੇ ਉਨੀ ਦੇਰ ਤੱਕ ਪਾਰਟੀ ਅਪਲਿਫਟ ਨਹੀਂ ਹੋ ਸਕਦੀ ਜੀ। ਔਰ ਸਰ ਅਗਰ ਆਪਾਂ ਗੱਲ ਕਰੀਏ, ਤੁਸੀਂ ਸਾਹਿਬ ਨਾਲ ਬਹੁਤ ਲੰਬਾ ਸਮਾਂ ਗੁਜ਼ਾਰਿਆ ਔਰ ਸਾਹਿਬ ਕਾਂਸ਼ੀ ਰਾਮ ਦੇ ਟਾਈਮ ਤੇ ਅੱਜ ਦੇ ਟਾਈਮ ਦੀ ਜੋ ਬਹੁਜਨ ਸਮਾਜ ਪਾਰਟੀ 'ਚ ਕੀ ਫਰਕ ਆ? ਜਿਹੜਾ ਸਾਹਿਬ ਕਾਂਸ਼ੀ ਰਾਮ ਜੀ ਦਾ ਸਮਾਂ ਸੀ ਉਸ ਵੇਲੇ ਇੱਦਾਂ ਹੁੰਦੀ ਸੀ ਕਿ ਨੈਸ਼ਨਲ ਲੀਡਰ ਨੂੰ ਅਸੀਂ ਮਿਲਣ ਜਾ ਰਹੇ ਹਾਂ ਤੇ ਕੋਈ ਬੰਦਾ ਸਾਨੂੰ ਰੋਕਦਾ ਨਹੀਂ ਹੁੰਦਾ ਸੀ। ਚਾਹੇ ਦਿੱਲੀ ਅਸੀਂ ਹੈੱਡ ਆਫਿਸ ਜਾਂਦੇ ਹੁੰਦੇ ਸੀ ਤਾਂ ਸਿੱਧੇ ਸਾਹਿਬ ਕਾਂਸ਼ੀ ਰਾਮ ਜੀ ਦੇ ਆਫਿਸ 'ਚ ਚਲੇ ਜਾਈਦਾ ਸੀ। ਜੇ ਇੱਥੇ ਜਲੰਧਰ ਆਉਂਦੇ ਹੁੰਦੇ ਸੀ ਜਾਂ ਕਿ ਲੁਧਿਆਣੇ ਆਉਣਾ ਤੇ ਸਾਹਿਬ ਦਾ ਫੋਨ ਆ ਜਾਂਦਾ ਹੁੰਦਾ ਸੀ ਦਿੱਲੀੋਂ ਵੀ ਇੰਨੀ ਤਰੀਕ ਨੂੰ ਮੈਂ ਪੰਜਾਬ ਆ ਰਿਹਾ। ਬੱਚਾ ਵੀ ਸਾਹਿਬ ਕਾਂਸ਼ੀ ਰਾਮ ਜੀ ਨੂੰ ਮਿਲਣ ਚਲੇ ਜਾਂਦਾ ਸੀ ਔਰ ਅੰਦਰ ਜਾ ਕੇ ਉਹਨਾਂ ਦੇ ਕੋਲ ਜੇ ਸੋਫੇ ਸਾਰੇ ਭਰ ਜਾਂਦੇ ਸੀ ਤੇ ਸੋਫੇ ਭਰਨ ਤੋਂ ਬਾਅਦ ਲੋਕ ਥੱਲੇ ਚੌਂਕੜੀਆਂ ਮਾਰ ਕੇ ਬਹਿ ਜਾਂਦੇ ਸੀ। ਇਹ ਉਹਨਾਂ 'ਚ ਕੁਆਲਿਟੀ ਆਫ ਲੀਡਰਸ਼ਿਪ ਸੀ ਕਿ ਸਾਹਿਬ ਕਾਂਸ਼ੀ ਰਾਮ ਜੀ ਨੇ ਬੈਠੇ ਹੋਣਾ ਤੇ ਸਾਰਿਆਂ ਨੇ ਪੁੰਜੇ ਬਹਿ ਜਾਣਾ ਤੇ ਉੱਪਰ ਸੋਫਿਆਂ ਤੇ ਬਹਿ ਜਾਣਾ ਕਿ ਜਿੱਥੇ ਕਿਸੇ ਨੂੰ ਥਾਂ ਲੱਭਣੀ ਉੱਥੇ ਬਹਿ ਜਾਣਾ, ਮੰਜਿਆਂ ਤੇ ਬਹਿ ਜਾਣਾ। ਔਰ ਸਾਹਿਬ ਕਾਂਸ਼ੀ ਰਾਮ ਜੀ ਨੇ ਬੈਠਿਆਂ ਨੇ ਰਾਤ ਨੂੰ ਗੱਲਾਂ ਸੁਣਾਉਣੀਆਂ, ਮਿਸ਼ਨ ਸੁਣਾਉਣਾ, ਅੱਗੇ ਰਣਨੀਤੀ ਸੁਣਾਉਣੀ, ਫਿਰ ਉਸ ਤੋਂ ਬਾਅਦ ਉਹਨਾਂ ਨੇ ਜੋ ਅੱਗੇ ਸੰਦੇਸ਼ ਦੇਣਾ ਉਹ ਦੇਣਾ ਤੇ ਵਰਕਰਾਂ ਨੂੰ ਉਹਨਾਂ ਨੇ ਫਿਰ 10 11 12 ਜਾਂ 1 ਵੀ ਵੱਜ ਵੇਲੇ 2 ਵੀ ਵੱਜ ਜਾਂਦੇ ਸੀ ਰਾਤ ਦੇ। ਫਿਰ ਵਰਕਰਾਂ ਨੂੰ ਕਹਿਣਾ ਹੁਣ ਤੁਸੀਂ ਜਾਓ। ਫਿਰ ਜਿਹਨੇ ਕਿਸੇ ਨੇ ਰਹਿਣਾ ਰੁਕਣਾ ਉਹਨੇ ਰੁਕ ਜਾਣਾ, ਬਾਕੀ ਨੇ ਗੱਡੀਆਂ ਲੈ ਕੇ ਆਪੋ ਆਪਣੇ ਚਲੇ ਜਾਣਾ। ਔਰ ਅੱਜ ਦੇ ਯੁੱਗ ਦੇ ਵਿੱਚ ਜਦੋਂ ਤੁਸੀਂ ਕਿਸੇ ਸਟੇਟ ਪ੍ਰੈਜ਼ੀਡੈਂਟ ਨੂੰ ਮਿਲਣ ਜਾਂਦੇ ਤਾਂ ਪਹਿਲਾਂ ਤੁਹਾਨੂੰ ਬਾਹਰ ਬਹਿਣਾ ਪੈਂਦਾ, ਫਿਰ ਅੰਦਰ ਪ੍ਰਧਾਨ ਸਾਹਿਬ ਬੈਠੇ ਆ, ਇੰਚਾਰਜ ਸਾਹਿਬ ਬੈਠੇ ਆ, ਫਿਰ ਉਹ ਇੱਕ ਇੱਕ ਕਰਕੇ ਬੁਲਾਉਂਦੇ ਆ ਫਲਾਨਾ ਜ਼ਿਲ੍ਹਾ ਆ ਜਾਓ ਜੀ, ਫਲਾਨਾ ਜ਼ਿਲ੍ਹਾ ਆ ਜਾਓ। ਜਿੰਨੀ ਦੇਰ ਤੱਕ ਸਟੇਟ ਪ੍ਰੈਜ਼ੀਡੈਂਟ ਔਰ ਸਟੇਟ ਦਾ ਇੰਚਾਰਜ ਜਿਹੜਾ ਕੇਂਦਰ ਨੇ ਲਾਇਆ ਅਗਰ ਉਹ ਕਲੈਕਟਿਵ ਲੀਡਰਸ਼ਿਪ ਨੂੰ ਪ੍ਰੋਪਰ ਨਾਲ ਬਿਠਾਲ ਕੇ ਅਗਰ ਰਣਨੀਤੀ ਤਿਆਰ ਨਹੀਂ ਕਰਨਗੇ, ਕੋਈ ਵਾਈਟ ਪੇਪਰ ਤਿਆਰ ਨਹੀਂ ਕਰਨਗੇ, ਲੋਕਾਂ ਦੇ ਬੁਨਿਆਦੀ ਮਸਲੇ ਨਹੀਂ ਉਠਾਉਣਗੇ, ਦਲਿਤਾਂ ਪਛੜੀਆਂ ਜਾਤੀਆਂ ਦੇ ਉੱਤੇ ਜੋ ਜ਼ੁਲਮ ਜਾਤੀ ਪੰਜਾਬ 'ਚ ਹੋ ਰਹੀ ਉਹ ਨਹੀਂ ਉਠਾਈ ਜਾਊਗੀ। ਸਿਰਫ 2 ਮਕਸਦ ਰੱਖਣੇ ਆ ਵੀ ਇੱਕ ਤਾਂ ਸਾਨੂੰ ਜੀ ਫੰਡ ਲਿਆ ਕੇ ਦੇ ਦਿਓ, ਇੱਕ ਪਾਰਟੀ ਫੰਡ, ਇੱਕ ਮੇਨਟੇਨੈਂਸ ਫੰਡ। ਇਹਨਾਂ 2 ਫੰਡਾਂ ਦੇ ਨਾਲ ਪਾਰਟੀ ਅਪਲਿਫਟ ਨਹੀਂ ਹੋਣੀ। ਤੁਸੀਂ ਫੰਡ ਦਿੰਦੇ ਹੋ ਸਰ? ਨਹੀਂ ਦਿੰਦੇ, ਜਦੋਂ ਉਹਨਾਂ ਨੇ ਮੰਗਿਆ ਜਿਸ ਟਾਈਮ ਤੇ ਮੰਗਿਆ ਦਿੱਤੇ ਆ।
ਲਾਸਟ ਟਾਈਮ ਵੀ ਮੈਂ ਜਦੋਂ ਭੈਣ ਜੀ ਨੂੰ ਮਿਲਣ ਗਿਆ ਉਦੋਂ ਵੀ ਮੈਂ ਦੇਖ ਕੇ ਆਇਆ, ਪਰ ਮੈਂ ਕਦੇ ਇਹ ਸੁਣਾਉਂਦਾ ਨਹੀਂ ਹੁੰਦਾ। ਹਰ ਬੰਦੇ ਦਾ ਇਹ ਫਰਜ਼ ਆ, ਪਾਰਟੀ ਤਦੇ ਚੱਲੂਗੀ ਜੇ ਫੰਡ ਦੇਵਾਂਗੇ, ਮਗਰ ਫੰਡ ਦੇਣੇ ਇਹ ਇੱਕ ਅਲੱਗ ਵਿਸ਼ਾ, ਉਸ ਵਿਸ਼ੇ ਤੋਂ ਅਲੱਗ ਹੋ ਕੇ ਸਾਡੇ ਲੋਕਾਂ ਦੇ ਬੁਨਿਆਦੀ ਮਸਲੇ ਵੀ ਆ, ਉਹ ਕੌਣ ਚੱਕੂਗਾ? ਬੁਨਿਆਦੀ ਮਸਲੇ ਤਾਂ ਕੋਈ ਚੁੱਕਦਾ ਹੀ ਨਹੀਂ। ਹੁਣ ਆ ਜਿੰਨਾ ਤੁਸੀਂ ਲੋਕਡਾਊਨ ਦੇ ਵਿੱਚ ਦੇਖਿਆ ਕਿ ਜਿਹੜਾ ਨਰਿੰਦਰ ਮੋਦੀ ਕਹਿੰਦਾ ਸੀ ਕਿ ਜਿਹੜੇ ਲੋਕ ਹਵਾਈ ਚੱਪਲ ਪਾ ਕੇ ਫਿਰਦੇ ਆ, ਮੈਂ ਹਵਾਈ ਚੱਪਲ ਪਾਉਣ ਵਾਲਿਆਂ ਨੂੰ ਹਵਾਈ ਜਹਾਜ਼ਾਂ ਦੀ ਸੈਰ ਕਰਾਊਂਗਾ, ਮਗਰ ਕਿੰਨੇ ਕੁ ਨੂੰ ਕਰਾਇਆ ਜੀ? ਉਹ ਕੌਣ ਸੀ ਬੰਦੇ? ਉਹ ਆ ਧਰਮੀ ਬਾਲਮੀਕੀ ਮਜ਼੍ਹਬੀ ਸਿੰਘ ਸੀ, ਪਛੜੀਆਂ ਜਾਤੀਆਂ ਦੇ ਸੀ। ਮੈਂ ਸਾਰੇ ਲੋਕਾਂ ਨੂੰ ਇੱਥੇ ਮਿਲਦਾ ਸੀ, ਰੋਡਾਂ 'ਤੇ ਜਦ ਜਾਂਦੇ ਸੀ, ਨਿੱਕੇ ਨਿੱਕੇ ਬੱਚੇ ਪੈਰਾਂ 'ਚ ਛਾਲੇ ਪੈ ਗਏ, ਔਰ ਉਹ ਬੰਦੇ ਸਿਰਾਂ 'ਤੇ ਗੱਠੜੀਆਂ ਲੈ ਕੇ 1500 ਕਿਲੋਮੀਟਰ ਚੱਲ ਕੇ ਗਏ। ਕੋਈ ਮੱਧ ਪ੍ਰਦੇਸ਼ ਗਿਆ, ਕੋਈ ਗੁਜਰਾਤ ਗਿਆ, ਕੋਈ ਬਿਹਾਰ ਗਿਆ, ਕੋਈ ਉੱਤਰ ਪ੍ਰਦੇਸ਼ ਗਿਆ, ਅਤੇ ਸਾਡੀ ਪਾਰਟੀ ਨੇ ਉਹਦੇ ਵਿੱਚ ਕੀ ਐਕਟਿਵ ਰੋਲ ਅਦਾ ਕੀਤਾ? ਸਾਡੀ ਸਟੇਟ ਦੀ, ਮੈਂ ਸਟੇਟ ਦੀ ਗੱਲ ਕਰਦਾ, ਗੜੀ ਸਾਹਿਬ ਜਾਂ ਬੇਨੀਵਾਲ ਸਾਹਿਬ, ਉਹ ਤਾਂ ਚਲੋ ਯੂਪੀ ਦੇ ਸੀ, ਬੇਨੀਵਾਲ ਸਾਹਿਬ ਯੂਪੀ ਚਲੇ ਗਏ, ਇੱਥੇ ਹੈ ਨਹੀਂ ਸੀ, ਇੰਚਾਰਜ ਸੀ, ਮਗਰ ਗੜੀ ਸਾਹਿਬ ਤਾਂ ਪੰਜਾਬ 'ਚ ਸੀ ਨਾ। ਗੜੀ ਸਾਹਿਬ ਨੇ ਕਿੰਨੀਆਂ ਕੁ ਸੜਕਾਂ ਨਾਪੀਆਂ, ਕਿੰਨੇ ਲੋਕਾਂ ਦੇ ਲਈ ਉਹਨਾਂ ਦੇ ਜਾ ਕੇ ਪੁੱਛਿਆ, ਕਿੰਨੇ ਲੋਕਾਂ ਨੂੰ ਉਹਨਾਂ ਨੇ ਟਿਕਟਾਂ ਲੈ ਕੇ ਦਿੱਤੀਆਂ, ਕਿੰਨੇ ਲੋਕਾਂ ਨੂੰ ਰੋਟੀ ਖਿਲਾਈ। ਕਦੇ ਪਾਰਟੀ ਵੱਲੋਂ ਕੋਈ ਇੱਦਾਂ ਦਾ ਸਿਧਾਂਤ ਚੱਲਿਆ? ਕਦੇ ਉਹਨਾਂ ਦੇ ਨਾਲ ਜਾ ਕੇ ਹਮਦਰਦੀ ਪ੍ਰਗਟ ਕੀਤੀ? ਨਹੀਂ ਤਾਂ ਮੈਂ ਕਿੰਨੀਆਂ ਵੀਡੀਓ ਬਣਾ ਕੇ ਵੀ ਪਾਈਆਂ, ਔਰ ਮੈਨੂੰ ਤਰਸ ਵੀ ਆਉਂਦਾ ਰਿਹਾ ਵੀ ਪੋਸਟ ਗ੍ਰੈਜੂਏਟ ਬੱਚੇ ਪੁਲਿਸ ਨੇ ਡਾਂਗਾ ਮਾਰੀਆਂ, ਅਤੇ ਜਾਤੀ ਪੁੱਛੀ ਤਾਂ ਉਹ ਕਹਿੰਦੇ ਜੀ, ਕੋਈ ਕਹਿੰਦਾ ਮੈਂ ਆ ਧਰਮੀ ਆ ਜੀ, ਕੋਈ ਕਹਿੰਦਾ ਮੈਂ ਨਾਈ ਜਾਤੀ ਨੂੰ ਬਿਲੋਂਗ ਕਰਦਾ, ਕੋਈ ਕਹਿੰਦਾ ਮੈਂ ਫਲਾਨੀ ਜਾਤੀ ਨੂੰ ਬਿਲੋਂਗ ਕਰਦਾ। ਅਗਰ ਉਹ ਸਮਾਜ ਸਾਡਾ, ਉਹ ਦੂਸਰੇ ਜਿਹੜੇ ਲੋਕ ਹੁਕਮਰਾਨ ਬਣ ਕੇ ਬੈਠੇ ਆ, ਜਿਹੜੇ ਕੁੱਟਮਾਰ ਕਰ ਰਹੇ, ਜਿਹੜੇ ਉਹਨਾਂ ਦੇ ਉੱਤੇ ਡੰਡੇ ਚਲਵਾ ਰਹੇ ਪੁਲਿਸ ਦੇ ਥਰੂ, ਅਤੇ ਉਹ ਸਮਾਜ ਸਾਡਾ, ਅਤੇ ਉਹ ਸਮਾਜ ਸਾਡਾ 1500 ਕਿਲੋਮੀਟਰ ਚੱਲ ਕੇ ਚਲੇ ਗਿਆ, ਤਾਂ ਪਾਰਟੀ ਉੱਥੇ ਕਿੱਥੇ ਬੈਠੀ ਹੈ? ਤਾਂ ਕਦੇ ਕਿਸੇ ਨੇ ਕਿਹਾ ਅਜੇ ਤੱਕ ਇੱਕ ਵੀ ਬੰਦੇ ਨੇ ਵੀ ਹਾਂ ਜੀ ਬਈ ਬਹੁਜਨ ਸਮਾਜ ਪਾਰਟੀ ਵਾਲਿਆਂ ਨੇ ਸਾਡੇ ਅੱਗੇ ਪਿੱਠ 'ਤੇ ਆ ਕੇ ਹੱਥ ਰੱਖਿਆ? ਤੁਸੀਂ ਲੋਕਡਾਊਨ ਦੌਰਾਨ ਜਿਨ੍ਹਾਂ ਬੰਦਿਆਂ ਨੂੰ ਮਿਲੇ, ਤੁਸੀਂ ਉਹਨਾਂ ਲਈ ਕੀ ਕੀਤਾ? ਉਹਨਾਂ ਦੇ ਲਈ ਅਸੀਂ ਰੋਜ਼ ਸੜਕਾਂ 'ਤੇ ਉੱਤੇ ਉਹਨੂੰ ਜੋ ਵੀ ਉਹ ਮੰਗਦੇ ਸੀ ਉਹਨਾਂ ਨੂੰ ਅਸੀਂ ਹਰ ਚੀਜ਼ ਪ੍ਰੋਵਾਈਡ ਕਰਵਾ ਕੇ ਦਿੱਤੀ ਜੀ। ਪਰ ਅਸੀਂ ਵੀਡੀਓ ਬਣਾਉਣ ਦੇ ਵਿੱਚ ਮੈਂ ਕਦੇ ਕੋਈ ਸ਼ੌਂਕ ਨਹੀਂ ਰੱਖਦਾ, ਨਹੀਂ ਤਾਂ ਮੋਰ ਓਵਰ ਜਿੰਨੀਆਂ ਵੀ NGO ਆ ਮੇਰੀਆਂ, ਤੁਸੀਂ ਪਿਛਲੀਆਂ ਫੇਸਬੁੱਕ 'ਤੇ ਵੀਡੀਓ ਵੀ ਦੇਖ ਲਓ, ਮੈਂ ਇੱਕੋ ਹੀ ਗੱਲ ਕਹਿੰਦਾ ਸੀ ਕਿ ਗਰੀਬ ਦੀ ਗਰੀਬੀ ਦਾ ਮਜ਼ਾਕ ਨਾ ਉਡਾਓ। ਅਗਰ ਤੁਸੀਂ ਅੱਜ ਕਿਸੇ ਨੂੰ ਪੈਨਸ਼ਨ ਲੈ ਕੇ ਦਿੱਤੀ, ਉਹ ਵੀ ਤੁਸੀਂ ਅਖਬਾਰ 'ਚ ਫੋਟੋ ਲਾਓ ਤਾਂ ਲੱਖ ਲਾਹਣ 'ਤੇ ਆ। ਜੇ ਕੋਈ ਭੁੱਖਾ ਉਹਨੂੰ ਰੋਟੀ ਖਿਲਾਉਣੀ ਆ ਤਾਂ ਫੋਟੋ ਲਾਓ ਵੀ ਇਹਨੂੰ ਮੈਂ ਰੋਟੀ ਖਿਲਾਈ, ਤਾਂ ਉਹ ਵੀ ਲੱਖ ਲਾਹਣ 'ਤੇ ਆ। ਜੇ ਤੁਸੀਂ ਕਿਸੇ ਚੱਲਦੇ ਬੰਦੇ ਨੂੰ ਜਾ ਕੇ 500 ਰੁਪਈਆ ਵੀ ਦਿੰਦੇ ਆ, ਅਗਰ ਉਹ ਵੀ ਤੁਸੀਂ ਫੇਸਬੁੱਕ 'ਤੇ ਲਾਈਵ ਹੋ ਕੇ 500 ਦਿੰਦੇ, ਉਹ ਵੀ ਲੱਖ ਲਾਹਣ 'ਤੇ ਆ। ਦੇਖਦਾ ਤਾਂ ਉੱਪਰ ਵਾਲਾ ਹੈ ਨਾ, ਉੱਪਰ ਵਾਲਾ ਦੇਖ ਰਿਹਾ। ਤੁਹਾਡਾ ਕਰਮ ਆ ਕਰਮ ਕਰਨਾ। ਜਿਹੜੇ ਲੋਕ ਜਾ ਰਹੇ, ਕਿਸੇ ਨੂੰ ਪਾਣੀ ਪਿਲਾਤਾ, ਕਿਸੇ ਨੇ ਪੈਸੇ ਮੰਗੇ ਪੈਸੇ ਦੇ ਦਿੱਤੇ, ਕਿਸੇ ਬੰਦੇ ਨੂੰ ਹੱਲਾਸ਼ੇਰੀ ਦੇ ਦਿੱਤੀ, ਕਿਸੇ ਬੰਦੇ ਨੂੰ 10 ਮਿੰਟ ਕੋਲ ਬਿਠਾ ਕੇ ਚਾਹ ਪਾਣੀ ਪਿਲਾਤੀ, ਬਿਸਕੁਟ ਖਿਲਾਤੇ, ਔਰ ਉਹਨਾਂ ਨੂੰ ਮੰਗਵਾ ਕੇ ਚੀਜ਼ਾਂ ਪ੍ਰੋਵਾਈਡ ਕਰਾਤੀ। ਇੰਨੇ 'ਚ ਅਗਲੇ ਖੁਸ਼ ਆ ਬਈ ਸਾਡਾ ਜਿਹੜਾ ਸਫ਼ਰ ਆ, ਅਗਰ ਤੁਹਾਡੇ ਵਰਗੇ ਲੋਕ ਸਾਨੂੰ ਰਾਹਾਂ 'ਚ ਮਿਲਦੇ ਰਹਿਣਗੇ ਤੇ 1500 ਕੀ ਭਾਵੇਂ 5000 ਕਿਲੋਮੀਟਰ ਕਿਉਂ ਨਾ ਹੋਵੇ, ਅਸੀਂ ਆਪਣੀ ਮੰਜ਼ਿਲ 'ਤੇ ਚਲੇ ਜਾਵਾਂਗੇ। ਇਹ ਉਹਨਾਂ ਲੋਕਾਂ ਦੇ ਅਲਫਾਜ਼ ਹੈ ਜੀ। ਸਰ, ਅਗਰ ਗੱਲ ਕਰੀਏ, ਕਿਤੇ ਨਾ ਕਿਤੇ ਅਸੀਂ ਇਹ ਦੇਖ ਰਹੇ ਹਾਂ ਕਿ ਬਹੁਜਨ ਸਮਾਜ ਪਾਰਟੀ ਦੇ ਵਿੱਚੋਂ ਬਹੁਤ ਸਾਰੇ ਲੀਡਰ ਤਿਆਰ ਹੁੰਦੇ ਆ, ਔਰ ਤਿਆਰ ਹੋ ਕੇ ਇਸ ਤੋਂ ਬਾਅਦ ਕੁਝ ਹੋਰ ਪਾਰਟੀਆਂ ਦੇ ਵਿੱਚ ਚਲੇ ਜਾਂਦੇ। ਕੀ ਕਾਰਨ ਹੋ ਸਕਦਾ ਹੈ? ਜਿਹੜੀ ਬਹੁਜਨ ਸਮਾਜ ਪਾਰਟੀ ਇੱਕ ਮੈਨੂਫੈਕਚਰਿੰਗ ਕੰਪਨੀ ਆ, ਜਿੱਥੇ ਲੀਡਰਾਂ ਨੂੰ ਤਿਆਰ ਕੀਤਾ ਜਾ ਰਿਹਾ, ਫਿਰ ਉਹ ਲੀਡਰ ਜਦੋਂ ਬਣ ਜਾਂਦੇ ਆ ਤੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਚੱਕ ਕੇ ਲੈ ਜਾਂਦੀਆਂ, ਫਿਰ ਉਹ ਤੋਂ ਕੰਮ ਲੈਂਦੀਆਂ। ਕੀ ਇਹ ਸਭ ਕੀ ਕਾਰਨ ਲੱਗਦਾ ਤੁਹਾਨੂੰ ਕਿ ਇਹ ਬਹੁਜਨ ਸਮਾਜ ਪਾਰਟੀ ਦੇ ਵਿੱਚ ਨਹੀਂ ਰਹਿ ਸਕਦਾ? ਬਹੁਜਨ ਸਮਾਜ ਪਾਰਟੀ ਦੀ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ, ਜਿੰਨੀ ਦੇਰ ਤੱਕ ਲੀਡਰ ਜਿਹੜਾ ਬਣ ਜਾਂਦਾ ਉਹ ਲੀਡ ਨਹੀਂ ਕਰਨੀ ਜਾਣਦਾ ਔਰ ਕਲੈਕਟਿਵ ਲੀਡਰਸ਼ਿਪ ਲੈ ਕੇ ਨਹੀਂ ਚੱਲੂਗਾ, ਕਲੈਕਟਿਵ ਫੈਸਲੇ ਨਹੀਂ ਕਰਕੇ। ਅਗਰ ਕੇਂਦਰ ਦੇ ਵਿੱਚ ਸਾਡੀ ਮਿਨਿਸਟਰੀ ਬੈਠੀ ਆ, ਭੈਣ ਕੁਮਾਰੀ ਮਾਇਆਵਤੀ ਜੀ ਬੈਠੇ ਆ, ਤੇ ਸਟੇਟ ਦੀ ਲੀਡਰਸ਼ਿਪ ਨੇ ਆਪਣਾ ਪ੍ਰਪੋਜ਼ਲ ਤਿਆਰ ਕਰਕੇ ਉਹਨਾਂ ਨੂੰ ਭੇਜਣਾ। ਅਗਰ ਤੁਸੀਂ ਪ੍ਰਪੋਜ਼ਲ ਤਿਆਰ ਕਰਕੇ ਭੇਜਦੇ ਕਿ ਅਸੀਂ ਆਹ ਕੁਛ ਕਰ ਸਕਦੇ ਹਾਂ, ਇਹ ਮੈਂ ਇਕੱਲਾ ਜਾਣੀ ਮੈਂ ਸਟੇਟ ਪ੍ਰੈਜ਼ੀਡੈਂਟ ਨਹੀਂ ਬੋਲ ਰਿਹਾ, ਮੇਰੇ ਨਾਲ ਆ ਸਾਰੀ ਲੀਡਰਸ਼ਿਪ ਆ ਔਰ ਇਹ ਵਾਅਦਾ ਕਰਦੀ ਤੁਹਾਡੇ ਨਾਲ ਅਸੀਂ ਇਹ ਕੰਮ ਕਰ ਸਕਦੇ ਹਾਂ, ਤਾਂ ਭੈਣ ਜੀ ਉਹਨੂੰ ਪ੍ਰਵਾਨਗੀ ਦੇਣਗੇ। ਜਦੋਂ ਇੱਕ ਦੋ ਬੰਦੇ ਜਾਂਦੇ ਆ ਜਾ ਕੇ ਉੱਥੇ ਆਪਣਾ ਦੱਸਦੇ, ਉਹ ਭੈਣ ਜੀ ਕੋਲ ਝੂਠ ਬੋਲਦੇ ਆ, ਸਿੱਧਾ ਮਸਲਾ। ਜਦੋਂ ਝੂਠ ਬੋਲਦੇ ਰਿਜ਼ਲਟ ਜ਼ੀਰੋ ਆਉਂਦਾ, ਤਾਂ ਫਿਰ ਉੱਪਰ ਹਾਈ ਕਮਾਂਡ ਜਿਹੜੀ ਉਹ ਗੁੱਸੇ ਹੁੰਦੀ ਆ, ਖਿੱਚਦੀ ਆ ਬਈ ਇਹਨਾਂ ਨੂੰ ਇੰਨਾ ਕੁਛ ਕਰਕੇ ਦਿੱਤਾ ਤੇ ਰਿਜ਼ਲਟ ਜ਼ੀਰੋ ਆ ਰਿਹਾ। ਉਹ ਰਿਜ਼ਲਟ ਉਨੀ ਦੇਰ ਤੱਕ ਜ਼ੀਰੋ ਆਉਣਾ ਜਿੰਨੀ ਦੇਰ ਤੱਕ ਕਲੈਕਟਿਵ ਲੀਡਰਸ਼ਿਪ ਨਹੀਂ ਪੈਦਾ ਹੁੰਦੀ। ਤੁਸੀਂ ਸਰ ਪਾਰਟੀ ਨੂੰ ਛੱਡ ਕੇ 2012 ਦੇ ਵਿੱਚ ਚਲੇ ਗਏ ਸੀਗੇ, ਤੁਸੀਂ ਵੀ ਦੂਸਰੀ ਪਾਰਟੀਆਂ 'ਚ ਗਏ ਆ, ਕੀ ਕਾਰਨ ਸੀਗਾ? ਮੈਨੂੰ ਉਸ ਵੇਲੇ ਇਹਨਾਂ ਨੇ 2012 'ਚ ਕਰੀਮਪੁਰੀ ਸਾਹਿਬ ਸਟੇਟ ਦੇ ਪ੍ਰੈਜ਼ੀਡੈਂਟ ਸੀਗੇ,
ਤੇ ਪਵਨ ਕੁਮਾਰ ਟੀਨੂ ਹੋਰ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਪਾਰਟੀ 'ਚੋਂ ਡਿਸਕੁਆਲੀਫਾਈ ਕਰਤਾ, ਕੱਢ ਦਿੱਤਾ ਸੀ। ਕਿਉਂ ਕੀ ਕਾਰਨ ਸੀ? ਉਹ ਕਹਿੰਦੇ ਸੀ ਵੀ ਇਹ ਪਾਰਟੀ ਦੇ ਖਿਲਾਫ ਬੋਲਦੇ ਆ ਜੀ। ਜਦੋਂ ਤੁਸੀਂ ਆਪਣੇ ਪੱਖ ਰੱਖਣਾ, ਇਹ ਸਾਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਇੰਡੀਪੈਂਡੈਂਟ ਸਾਨੂੰ ਇਹ ਰਾਈਟ ਦਿੱਤਾ ਆ ਕਿ ਅਸੀਂ ਆਪਣਾ ਜਿਹੜਾ ਪੱਖ ਹੈ ਉਹ ਪਾਰਟੀ ਦੇ ਕੋਲ ਰੱਖ ਸਕਦੇ ਹਾਂ, ਆਵਾਮ ਦੇ ਵਿੱਚ ਰੱਖ ਸਕਦੇ, ਲੋਕਾਂ ਸਾਹਮਣੇ ਰੱਖ ਸਕਦੇ, ਪ੍ਰੈਸ ਮੀਡੀਆ 'ਚ ਰੱਖ ਸਕਦੇ ਹਾਂ। ਜੇ ਸਾਡਾ ਪੱਖ ਮਜ਼ਬੂਤ ਆ, ਅਗਰ ਤੁਸੀਂ ਉਹਨੂੰ ਐਕਸੈਪਟ ਨਹੀਂ ਕਰ ਸਕਦੇ ਤਾਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਤੁਸੀਂ ਪਾਰਟੀ ਦੇ ਖਿਲਾਫ ਬੋਲਦੇ ਆ। ਤੇ ਜੇ ਉਹ ਪਾਰਟੀ ਦੇ ਖਿਲਾਫ ਇੱਦਾਂ ਉਹਨਾਂ ਨੂੰ ਵੀ ਕੱਢ ਦਿੱਤਾ, ਉਹਨਾਂ ਦੇ ਉੱਤੇ ਕੱਢਣ ਦਾ ਟੈਗ ਲੱਗ ਗਿਆ। ਪਰ ਮੈਂ ਸੋਚਿਆ ਵੀ ਜੇ ਇਹਨਾਂ ਨੇ ਹੁਣ ਮੇਰਾ ਨੰਬਰ ਲਾਉਣਾ, ਮੇਰਾ ਨੰਬਰ ਲੱਗਾ ਹੋਇਆ ਸੀ ਵੀ ਇਹਨਾਂ ਨੇ ਮੈਨੂੰ ਕੱਢ ਦੇਣਾ। ਇਹਨਾਂ ਨੇ ਕੱਢਣ ਤੋਂ ਪਹਿਲਾਂ ਹੀ, ਜਦੋਂ ਉਸ ਵੇਲੇ ਭੈਣ ਕੁਮਾਰੀ ਮਾਇਆਵਤੀ ਜੀ ਨਵੇਂ ਸ਼ਹਿਰ ਆਏ ਸੀ, ਤਾਂ ਉਹ ਜਦੋਂ ਮੀਡੀਆ ਦੇ ਥਰੂ ਇਹਨਾਂ ਨੂੰ ਪਤਾ ਲੱਗ ਗਿਆ ਕਰੀਮਪੁਰੀ ਸਾਹਿਬ ਉਹਨਾਂ ਨੂੰ ਵੀ MP ਸਿੰਘ ਅੱਜ ਪਾਰਟੀ ਛੱਡ ਕੇ ਚਲੇ ਗਿਆ, ਤਾਂ ਉਸ ਵੇਲੇ ਉੱਥੇ ਰੈਲੀ ਦੇ ਵਿੱਚ ਇਹ ਕਹਿਣ ਲੱਗ ਪਏ ਵੀ MP ਸਿੰਘ ਗੁਰਾਇਆ ਕਿੱਥੇ ਆ, ਸਟੇਜ ਤੇ ਆ ਜਾਣ, MP ਸਿੰਘ ਗੁਰਾਇਆ ਕਿੱਥੇ, ਸਟੇਜ ਤੇ ਆ ਜਾਣ, ਇੱਦਾਂ ਬਾਜਾਂ ਮਾਰਨ ਲੱਗ ਗਏ। ਮਕਸਦ ਇੱਕੋ ਹੀ ਸੀ ਕਿ ਜਦੋਂ ਤੱਕ ਤੁਸੀਂ ਕਿਸੇ ਵੀ ਲੀਡਰ ਦੀ ਸੁਣਨੀ ਨਹੀਂ, ਉਨੀ ਦੇਰ ਤੱਕ ਪਾਰਟੀ ਅਪਲਿਫਟ ਹੋਣੀ ਨਹੀਂ। ਰਹੀ ਗੱਲ ਮੇਰੀ ਕਿ ਮੈਂ ਫਿਰ 6 ਸਾਲ ਲਈ BJP ਜੁਆਇਨ ਕੀਤੀ ਸੀ। BJP ਦੇ ਵਿੱਚ ਮੈਂ ਰਿਹਾ, ਮਗਰ ਉਹਨਾਂ ਦੀ ਆਈਡੀਓਲੋਜੀ, ਕਿਉਂਕਿ ਮੈਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਪੜ੍ਹਿਆ, ਮਹਾਤਮਾ ਜੋਤੀਬਾ ਫੂਲੇ ਨੂੰ ਪੜ੍ਹਿਆ, ਪੇਰੀਆ ਰਾਮਾ ਸਵਾਮੀ ਨਾਇਕਰ ਨੂੰ ਪੜ੍ਹਿਆ, ਬੀਬੀ ਸਵਿਤਰੀ ਬਾਈ ਫੂਲੇ ਨੂੰ ਪੜ੍ਹਿਆ, 10 ਗੁਰੂਆਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਪੜ੍ਹਦਾ ਆ। ਸੋ ਜਿਹੜਾ ਬੰਦਾ ਮਿਸ਼ਨ ਦੇ ਨਾਲ ਜੁੜਦਾ ਉਹ ਕਦੇ ਕਿਸੇ ਦੇ ਵਿੱਚ ਰਹਿ ਨਹੀਂ ਸਕਦਾ, ਕਿਸੇ ਦੀ ਅਧੀਨਗੀ ਕਰ ਨਹੀਂ ਸਕਦਾ। ਲੇਕਿਨ ਤੁਸੀਂ 6 ਸਾਲ ਤੁਸੀਂ ਆਪਣੇ ਮੂੰਹ ਤੋਂ ਕਹਿ ਰਹੇ ਕਿ 6 ਸਾਲ ਮੈਂ ਰਿਹਾ। ਮੈਂ 6 ਸਾਲ ਉੱਥੇ ਰਿਹਾ। ਮੈਂ 6 ਸਾਲ ਜੋ ਚੀਜ਼ ਉੱਥੋਂ ਸਿੱਖੀ ਉਹ ਸਿੱਖ ਕੇ ਫਿਰ ਮੈਂ ਜਿੱਦਣ ਉਹਨਾਂ ਨੂੰ ਛੱਡਿਆ, ਜੇ ਮੈਂ ਰਾਜ ਭਾਗ ਦਾ ਮਾਲਕ ਬਣਨਾ ਹੁੰਦਾ ਤਾਂ ਮੈਨੂੰ ਉਹਨਾਂ ਨੇ ਚੇਅਰਮੈਨੀਆਂ ਦਿੱਤੀਆਂ। ਸਟੇਟ ਗੌਰਮੈਂਟ ਨੇ ਮੈਨੂੰ ਲੈਟਰ ਇਸ਼ੂ ਕੀਤੇ, ਮੇਰੇ ਕੋਲ ਪਏ ਆ, ਮਗਰ ਮੈਂ ਉਹ ਐਕਸੈਪਟ ਹੀ ਨਹੀਂ ਕੀਤੇ। ਨਾ ਚੇਅਰਮੈਨੀ ਐਕਸੈਪਟ ਕੀਤੀਆਂ, ਨਾ ਹੋਰ ਕੋਈ ਅਹੁਦੇ ਐਕਸੈਪਟ ਕੀਤੇ। ਜਦੋਂ ਵੀ ਮੈਂ ਗੱਲ ਕਰਦਾ ਸੀ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦਾ ਸੀ, ਸਟੇਟ ਦੇ ਅੰਦਰ ਬਾਦਲ ਦਾ ਰਾਜ ਆ, ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਾਓ। ਜਦੋਂ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ, ਨਰਿੰਦਰ ਮੋਦੀ ਨੇ 314 ਬੱਚੇ ਸਾਡੇ IAS ਸਿਲੈਕਟ ਹੋ ਗਏ ਔਰ ਉਹਨਾਂ ਨੂੰ ਇਹਨਾਂ ਨੇ ਲੈਟਰ ਦੇਣੇ ਸੀ ਵੀ ਆ ਜਾ ਕੇ ਤੁਸੀਂ ਹੁਣ ਉੱਥੇ ਜਾ ਕੇ ਨੌਕਰੀ ਜੁਆਇਨ ਕਰ ਲਓ। ਇਹਨਾਂ ਨੇ ਰਾਤੋਂ ਰਾਤ ਉਹ ਜਿਹੜਾ BC ਦਾ ਕਾਲਮ ਸੀ ਉਹਨੂੰ ਚੇਂਜ ਕੀਤਾ ਬੈਕਵਰਡ ਕਲਾਸਿਸ ਦੇ ਵਿੱਚ। ਉਹਦੇ ਵਿੱਚ ਇਹਨਾਂ ਨੇ ਉਹ ਸਾਰਾ ਕਾਲਮ ਜਦੋਂ ਚੇਂਜ ਕੀਤਾ 314 ਦੇ 314 ਬੱਚੇ ਡਿਸਕੁਆਲੀਫਾਈ ਕਰ ਦਿੱਤੇ ਵੀ ਤੁਹਾਡੀ ਜਿਹੜੀ ਸਾਲਾਨਾ ਇਨਕਮ ਹੈ ਉਹ ਇਹ ਵੱਧ ਆ, ਇਸ ਕਰਕੇ ਤੁਸੀਂ ਜਿਹੜਾ ਬੈਕਵਰਡ ਕਲਾਸਿਸ ਦਾ ਸਰਟੀਫਿਕੇਟ ਲਾਇਆ ਉਹ ਗਲਤ ਲਾਇਆ। ਜਦੋਂ 314 ਬੱਚੇ ਡਿਸਕੁਆਲੀਫਾਈ ਕੀਤੇ ਮੋਦੀ ਨੇ, 3 ਬੱਚੇ ਉਹਦੇ ਵਿੱਚੋਂ ਸੁਸਾਈਡ ਕਰ ਗਏ। ਸੁਪਰੀਮ ਕੋਰਟ ਦੇ ਵਿੱਚ ਉਹ ਰਿਟ ਪਟੀਸ਼ਨ ਦਾਇਰ ਆ, ਅੱਜ ਵੀ ਕੇਸ ਚੱਲਦਾ। ਫਿਰ ਮੈਂ ਉਹ 3 ਮਹੀਨੇ ਕੇਸ ਉਹਦੀ ਲੜਾਈ ਲੜੀ ਵਿੱਚ ਬਈ ਇਹ ਤੁਸੀਂ ਗਲਤ ਕੀਤਾ। ਜਿਹੜੇ ਸਾਡੇ ਸਮਾਜ ਦੇ 314 ਬੱਚੇ OBC ਸਮਾਜ ਦੇ ਬੈਕਵਰਡ ਕਲਾਸਿਸ ਦੇ ਅਗਰ ਉਹ IAS ਬਣੇ ਆ, DC ਲੱਗਣਾ ਸੀ ਉਹਨਾਂ ਨੇ, ਤੇ ਉਹਨਾਂ ਨੂੰ ਤੁਸੀਂ ਲੈਟਰ ਦੇਣ ਦੀ ਬਜਾਏ, ਅਪਾਇੰਟਮੈਂਟ ਲੈਟਰ ਦੇਣ ਦੀ ਬਜਾਏ ਉਹਨਾਂ ਨੂੰ ਡਿਸਕੁਆਲੀਫਾਈ ਕੀਤਾ। ਫਿਰ ਜਦ 3 ਮਹੀਨੇ ਲੱਗੇ, ਮੈਂ ਵੀ ਵਿੱਚ ਬੋਲਿਆ ਬਥੇਰਾ ਉੱਥੇ ਅੰਦਰ, ਤਾਂ ਫਿਰ ਮੈਂ ਪਾਰਟੀ ਨੂੰ ਛੱਡ ਦਿੱਤਾ ਕਿਉਂਕਿ ਮੈਂ ਕਦੇ ਵੀ ਉਹਨਾਂ ਦੀ ਕੋਈ ਚੀਜ਼ ਅੱਜ ਤੱਕ ਐਕਸੈਪਟ ਨਹੀਂ ਕੀਤੀ। ਜਿਹੜਾ ਬੰਦਾ ਡਾਕਟਰ ਅੰਬੇਦਕਰ ਦਾ ਪੈਰੋਕਾਰ ਹੋਊਗਾ, ਜਿਹੜਾ ਮਹਾਤਮਾ ਜੋਤੀ ਦਾ ਪੈਰੋਕਾਰ ਹੋਊਗਾ, ਉਹ ਦੂਸਰੇ ਘਰ ਜਾ ਕੇ ਉਹਨਾਂ ਤੋਂ ਅਹੁਦੇ ਨਹੀਂ ਪਾਲੂਗਾ, ਉੱਥੇ ਆਪਣੀ ਮਿਸ਼ਨ ਦੀ ਗੱਲ ਕਰੂਗਾ। ਜਿੱਥੇ ਵੀ ਕੋਈ ਬੰਦਾ, ਜੇ ਟੀਨੂ ਗਿਆ ਆ ਅਕਾਲੀ ਦਲ ਦੇ ਵਿੱਚ, ਅੱਜ ਟੀਨੂ ਦਾ ਕਿਉਂ ਵਿਰੋਧ ਹੋ ਰਿਹਾ, ਜ਼ਿਮੀਂਦਾਰ ਕਿਉਂ ਵਿਰੋਧ ਕਰਦੇ? ਕਿਉਂਕਿ ਉਹ ਵੀ ਮਿਸ਼ਨ ਦੀ ਗੱਲ ਕਰਦਾ, ਸਮਾਜ ਦੀ ਗੱਲ ਕਰਦਾ। ਸਮਾਜ ਦੀ ਗੱਲ ਤਦੇ ਤੁਸੀਂ ਕਰ ਪਾਓਗੇ ਨਾ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੋਊਗੀ। ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਕਿਹਾ ਕਿ ਪੋਲੀਟੀਕਲ ਪਾਵਰ ਇਜ਼ ਦਾ ਮਾਸਟਰ ਕੀ ਆਫ ਆਲ ਪ੍ਰੋਬਲਮ। ਇਹ ਰਾਜਨੀਤਿਕ ਸੱਤਾ ਦੀ ਚਾਬੀ ਜਿੰਨੀ ਦੇਰ ਤੱਕ ਤੁਹਾਡੇ ਕੋਲ ਨਹੀਂ, ਤੁਸੀਂ ਸਮਾਜ ਲਈ ਕੀ ਕਰ ਪਾਓਗੇ? ਸਮਾਜ ਲਈ ਹੁਣ ਸਭ ਕਾਂਸ਼ੀ ਰਾਮ ਜੀ ਕਹਿੰਦੇ ਸੀ ਕਿ ਅਗਰ ਤੁਸੀਂ ਸਮਾਜ ਲਈ ਕੰਮ ਕਰਨਾ, ਉਹਦੇ ਲਈ MP MLA ਬਣਨਾ ਕੋਈ ਜ਼ਰੂਰੀ ਨਹੀਂ। MP MLA ਬਣ ਕੇ ਜਿਹੜਾ ਕੰਮ ਕਰਨਾ ਤੁਸੀਂ ਉਹ ਤਾਂ ਉੱਦਾਂ ਵੀ ਕਰ ਸਕਦੇ, ਮੈਂ ਕਰ ਰਿਹਾ। ਅਤੇ ਜਦੋਂ ਮੈਂ ਇੱਥੇ ਵਾਪਸ ਆਇਆ, ਮੈਂ BSP ਜੁਆਇਨ ਕੀਤੀ, ਉਦੋਂ ਡਾਕਟਰ ਮੇਘਰਾਜ ਸੀਗੇ, ਬੇਨੀਵਾਲ ਸੀ, ਇਹਨਾਂ ਦੀ ਅਗਵਾਈ 'ਚ ਮੈਂ ਵੀ ਸ਼ਾਮਿਲ ਹੋਇਆ ਔਰ ਰਛਪਾਲ ਸਿੰਘ ਰਾਜੂ ਸਟੇਟ ਪ੍ਰੈਜ਼ੀਡੈਂਟ ਸੀ, ਮੈਂ ਸ਼ਾਮਿਲ ਹੋ ਗਿਆ। ਹੁਣ ਤੁਸੀਂ ਮੈਨੂੰ ਇਹ ਦੱਸੋ, ਇੱਕ ਪਾਸੇ ਤਾਂ ਹੁਕਮਰਾਨ ਪਾਰਟੀ ਦੇਸ਼ ਦੀ ਨੰਬਰ 1, ਅੱਜ BJP ਜਿਹੜੀ ਆ ਉਹ ਦੇਸ਼ ਦੀ ਹੁਕਮਰਾਨ ਪਾਰਟੀ ਆ। ਮੈਂ ਉਹਨੂੰ ਛੱਡ ਕੇ 6 ਸਾਲ ਉੱਥੇ ਰਹਿ ਕੇ ਛੱਡ ਕੇ ਮੈਂ ਇੱਥੇ ਅੰਬ ਖਾਣ ਆਉਣੇ ਸੀ। ਇਹਨਾਂ ਤੋਂ ਮੈਂ ਕੀ ਲੈਣਾ ਸੀ? ਇਹਨਾਂ ਨੇ ਮੈਨੂੰ ਕੀ ਦੇਣਾ ਦੱਸੋ?
ਮੈਂ ਇਹਨਾਂ ਤੋਂ ਅਹੁਦਾ ਨਹੀਂ ਮੰਗਿਆ, ਮੈਂ ਇਹਨਾਂ ਤੋਂ ਕੋਈ ਚੀਜ਼ ਨਹੀਂ ਮੰਗੀ। ਜਿੱਥੇ ਇਹਨਾਂ ਨੇ ਮੈਨੂੰ ਲਾਇਆ ਮੈਂ ਉੱਥੇ ਇਮਾਨਦਾਰੀ ਨਾਲ ਕੰਮ ਕੀਤਾ, ਲੁਧਿਆਣੇ ਇਮਾਨਦਾਰੀ ਨਾਲ ਕੰਮ ਕੀਤਾ। ਜਿਹੜੇ ਲੀਡਰ ਅੱਜ ਉੱਠੇ ਹੋ ਇੱਥੇ, ਉਹਨਾਂ ਦੇ ਵਿੱਚ ਕਦੇ ਇੰਟਰਪਸ਼ਨ, ਮੈਂ ਕਦੇ ਵੀ ਜਾ ਕੇ ਉਹਨਾਂ ਦੇ ਵਿੱਚ ਖਲਲ ਪੈਦਾ ਨਹੀਂ ਕੀਤਾ ਵੀ ਤੁਸੀਂ ਮੈਨੂੰ ਲੀਡਰ ਮੰਨੋ, ਮੈਂ ਕਦੇ ਨਹੀਂ ਕਿਹਾ। ਜਿਹੜੇ ਲੀਡਰ ਆਲਰੇਡੀ ਹੁਣ ਇਸ ਵੇਲੇ ਮੌਜੂਦਾ ਹੈਗੇ ਆ, ਉਹਨਾਂ ਨੂੰ ਮੈਂ ਸਗੋਂ ਬੂਸਟ ਅਪ ਕੀਤਾ ਵੀ ਮੋਹਰੇ ਹੋ ਕੇ ਕੰਮ ਕਰੋ। ਅਸੀਂ ਬਥੇਰਾ ਕੀਤਾ, ਹੁਣ ਤੁਸੀਂ ਕਰੋ। ਜਿੰਨਾ ਅਸੀਂ ਕਰ ਸਕਦੇ ਉਹਨਾਂ ਤਾਂ ਕਰਾਂਗੇ, ਮਗਰ ਕਈ ਬੰਦੇ ਜਿਹੜੇ ਆ ਛੋਟੇ ਛੋਟੇ ਅਹੁਦਿਆਂ ਦੇ ਲਾਲਚ ਵਿੱਚ ਬੋਲ ਨਹੀਂ ਸਕਦੇ। ਸਾਨੂੰ ਕੋਈ ਇਹ ਲਾਲਸਾ ਨਹੀਂ ਹੈ। ਮੈਂ ਜੇ ਕੰਮ ਕਰਨਾ, ਮੈਂ ਬੈਕਵਰਡ ਕਲਾਸਿਸ ਨੂੰ ਬਿਲੋਂਗ ਕਰਦਾ, ਮੈਂ ਵਿਸ਼ਵਕਰਮਾ ਰਾਮਗੜੀਆ ਮਹਾਸਭਾ ਦੇ ਮਾਧਿਅਮ ਤੋਂ ਪੂਰੇ ਪ੍ਰਦੇਸ਼ 'ਚ ਕੰਮ ਕਰਦਾ। ਮੈਂ ਜਾਂਦਾ OBC ਸਮਾਜ ਦੇ ਲੋਕਾਂ ਨੂੰ ਇਕੱਠੇ ਕਰਦਾ, ਫਿਰ ਉਹਨਾਂ ਦੇ ਕੈਡਰ ਕੈਂਪ ਲਾਉਣਾ, ਮੈਂ ਉਹਨਾਂ ਨੂੰ ਆਰਗੇਨਾਈਜ਼ ਕਰਦਾ। ਮੈਂ ਤਾਂ ਜਿਹੜਾ ਕੰਮ ਕਰਨਾ, ਜਿਹੜੇ ਬੰਦੇ ਨੇ ਕੰਮ ਕਰਨਾ ਸਮਾਜ ਦਾ, ਉਹਨੇ ਕਰਨਾ ਕਿਸੇ ਨਾ ਕਿਸੇ ਮਾਧਿਅਮ ਤੋਂ। ਤੁਹਾਨੂੰ ਕੀ ਲੱਗਦਾ ਜਿਹੜੇ ਅੱਜ ਦੇ ਜੋ ਵਿਰੋਧ ਹੋ ਰਿਹਾ ਪਾਰਟੀ ਦੇ ਵਿੱਚ, ਜੋ ਕਈ ਅਸਤੀਫੇ ਵੀ ਦਿੱਤੇ ਜਾ ਰਹੇ, ਕੀ ਲੱਗਦਾ ਕਿ ਅਹੁਦਿਆਂ ਕਰਕੇ ਦਿੱਤੇ ਜਾ ਰਹੇ? ਇਹ ਜਿਹੜੇ ਵਿਰੋਧ ਆ, ਇਹ ਗੜੀ ਸਾਹਿਬ ਦੀ ਮਿਸਮੈਨੇਜਮੈਂਟ ਆ, ਵਿੱਚ ਬੇਨੀਵਾਲ ਸਾਹਿਬ, ਦੋਨੇ ਬੰਦੇ ਜਿਹੜੇ ਆ ਇਹ ਸਹੀ ਢੰਗ ਨਾਲ ਨਹੀਂ ਗੇਮ ਨੂੰ ਚਲਾ ਸਕਦੇ। ਜੇ ਮੈਂ ਤੁਸੀਂ ਇਹ ਕਹੋ ਕਿ ਮੈਂ ਉਹਨਾਂ ਦਾ ਕੋਈ ਵਿਰੋਧ ਵੀ ਨਹੀਂ ਕਰ ਰਿਹਾ, ਐਜ਼ ਏ ਹਿਊਮਨ ਬੀਇੰਗ ਉਹਨਾਂ ਨੂੰ ਮੈਂ ਜਾਣੀ ਹਮਦਰਦੀ ਉਹਨਾਂ ਦੇ ਨਾਲ ਹੈਗੀ ਆ। ਮੈਂ ਹਿਊਮਨ ਬੀਇੰਗ ਵਿਅਕਤੀਗਤ ਤੌਰ 'ਤੇ ਜ਼ਰੂਰ ਉਹਨਾਂ ਨੂੰ ਕਹੂੰਗਾ ਕਿ ਘਰ ਇੱਕ 5 ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ, ਅਤੇ ਘਰ ਦੇ ਵਿੱਚੋਂ ਇੱਕ ਬੰਦਾ ਵੀ ਚਲੇ ਜਾਏ ਕਦੇ ਘਰ ਨਹੀਂ ਚੱਲਦਾ। ਇੱਥੇ ਅੱਜ ਸੈਂਕੜੇ ਬੰਦੇ ਟੁੱਟ ਕੇ ਬਾਹਰ ਜਾ ਰਹੇ, ਤਾਂ ਸਾਡਾ ਸਟੇਟ ਪ੍ਰੈਜ਼ੀਡੈਂਟ ਕਹਿ ਰਿਹਾ, ਤੁਹਾਡੀ ਇੱਕ ਵੀਡੀਓ ਮੈਂ ਕੱਲ੍ਹ ਦੇਖ ਰਿਹਾ ਸੀ, ਉਹਦੇ ਵਿੱਚ ਉਹ ਬੋਲ ਰਿਹਾ ਸੀ ਕਿ ਜੀ ਪਾਰਟੀ ਬਹੁਤ ਵਧੀਆ ਆ। 1% ਵੋਟ ਬੈਂਕ ਪਾਰਟੀ ਨੂੰ ਪਿਆ, ਅਤੇ ਗੜੀ ਸਾਹਿਬ ਕਿੱਦਾਂ ਕਹਿ ਰਹੇ ਵੀ ਅਸੀਂ ਆਉਣ ਵਾਲੇ ਸਮੇਂ 'ਚ ਪ੍ਰਦੇਸ਼ ਦੇ ਅੰਦਰ ਅਕਾਲੀ ਦਲ ਔਰ ਕਾਂਗਰਸ ਨੂੰ ਅਸੀਂ ਮਾਤ ਦੇ ਕੇ ਆਪਣੀ ਗੌਰਮੈਂਟ ਬਣਾਵਾਂਗੇ। ਮੈਨੂੰ ਤਾਂ ਤਰਸ ਆ ਰਿਹਾ ਵਿਚਾਰੇ ਦੇ ਉੱਤੇ ਵੀ ਇਹ ਬੋਲ ਕੀ ਰਿਹਾ, ਇਹ ਮੀਡੀਆ ਨੂੰ ਕਹਿ ਕੀ ਰਿਹਾ। ਤੁਹਾਨੂੰ ਕੀ ਲੱਗਦਾ 2022 ਦੇ ਜੋ ਇਲੈਕਸ਼ਨ ਹੈ, ਜਿੱਦਾਂ ਕਿ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਬਣਾਵਾਂਗੇ, ਤੁਹਾਨੂੰ ਕੀ ਲੱਗਦਾ? ਮੈਂ ਤਾਂ ਜੇ ਮੈਨੂੰ ਪੁੱਛਦੇ ਆ ਤਾਂ ਜਿਹੜਾ ਮੇਰੀ ਵਿਅਕਤੀਗਤ ਰਾਏ ਆ, ਮੈਂ ਕਿਸੇ ਦੇ ਨਾਲ ਸਲਾਹ ਕਰਕੇ ਨਹੀਂ ਕਹਿ ਰਿਹਾ। ਜ਼ਮਾਨਤਾਂ ਜ਼ਬਤ ਹੋਣਗੀਆਂ, ਬਹੁਤ ਬੁਰਾ ਹਾਲ ਹੋਊਗਾ। ਇਹ ਗੜੀ ਲੱਭਣਾ ਨਹੀਂ, ਮੁੜ ਕੇ ਕਿੱਥੇ ਗਿਆ। ਜਿੰਨੇ ਪਹਿਲਾਂ ਪ੍ਰਧਾਨ ਬਣੇ ਉਹ ਨਹੀਂ ਲੱਭ ਰਹੇ, ਕਿੱਥੇ ਗਏ। ਇੱਦਾਂ ਹੀ ਗੜੀ ਨਹੀਂ ਲੱਭਣਾ, ਨਵਾਂ ਆ ਜਾਊਗਾ ਕੋਈ। ਗੜੀ ਤਾਂ ਵਿਚਾਰਾ ਬਲੀ ਦਾ ਬੱਕਰਾ ਆ, ਇਹ ਤਾਂ ਚੋਣਾਂ ਤੱਕ ਆ। ਜਿੱਦਣ ਇਹਦਾ ਗਾਟਾ ਲੈ ਗਿਆ ਉਦਣ ਇਹਦਾ ਛੁੱਟੀ ਹੋ ਜਾਣੀ ਆ। ਇਹਨੂੰ ਕਿਸੇ ਨੇ ਨਹੀਂ ਪੁੱਛਣਾ, ਤੁਸੀਂ ਵੀ ਇੱਥੇ ਮੈਂ ਵੀ ਇੱਥੇ। ਅਗਰ ਗੜੀ ਕਹਿ ਪੰਜਾਬ 'ਚ ਅਗਰ ਸਰਕਾਰ ਬਣਾ ਜਾਵੇ, ਮੈਂ ਮੂੰਹ ਥਾਣੀ ਹੱਥ ਫੇਰਦਾ, ਲੈ ਬਣਾ ਕੇ ਦਿਖਾ ਦੇਵੇ, ਚਲੋ। ਕਿਉਂ, ਇਹ ਕੀ ਕਾਰਨ? ਬਣਾ ਹੀ ਨਹੀਂ ਸਕਦੇ। ਨਹੀਂ, ਜਿੱਦਾਂ ਕਿ ਤੁਸੀਂ ਕਹਿ ਰਹੇ ਕਿ ਸਰਕਾਰ ਨਹੀਂ ਬਣਾ ਸਕਦੇ, ਉੱਧਰੋਂ ਉਹ ਦਾਅਵਾ ਕਰ ਰਹੇ ਕਿ ਅਸੀਂ ਸਰਕਾਰ ਬਣਾਵਾਂਗੇ। ਔਰ ਜੇ ਅੱਜ ਗੱਲ ਕਰੀਏ ਬਹੁਜਨ ਸਮਾਜ ਪਾਰਟੀ ਦੇ ਵਿੱਚ ਬਹੁਤ ਸਾਰੇ ਲੀਡਰ ਇੱਦਾਂ ਦੇ ਆ ਜਿਹੜੇ ਵਾਪਸ ਵੀ ਆਏ ਆ, ਔਰ ਉਹਨਾਂ ਦਾ ਕਹਿਣਾ ਇਹ ਵੀ ਆ ਕਿ ਮਤਭੇਦ ਬਹੁਤ, ਜਿੱਦਾਂ ਆਪਾਂ ਕਹਿੰਦੇ ਘਰ ਦੇ ਵਿੱਚ 4 ਭਾਂਡੇ ਹੁੰਦੇ, ਉਹ ਖੜਕਦੇ ਵੀ ਹੁੰਦੇ ਆ, ਅਤੇ ਪਾਰਟੀ 'ਚ ਵੀ ਇੱਦਾਂ ਹੀ ਮਤਭੇਦ ਆ ਕਿ ਉਹਨਾਂ ਨੂੰ ਆਪਾਂ ਪਿਆਰ ਨਾਲ ਵੀ ਸੁਲਝਾ ਸਕਦੇ ਹਾਂ। ਜਦੋਂ ਅਸੀਂ ਕੋਈ ਸੰਗਠਨ ਬਣਾਉਂਦੇ ਹਾਂ ਨਾ ਜੀ, ਸੰਗਠਨ ਅਸੀਂ ਬਣਾ ਲਿਆ, ਉਹਦੇ ਵਿੱਚ ਅਸੀਂ ਸਾਰੀਆਂ ਬਰਾਦਰੀਆਂ ਦੇ ਬੰਦੇ ਲਾ ਲਏ। ਆਹ ਨਾਈਆਂ ਦਾ ਲਾ ਲਿਆ ਜੀ, ਆਹ ਝੀਰਾਂ ਦਾ ਲਾ ਲਿਆ ਜੀ, ਆਹ ਰਾਮਗੜੀਆਂ ਦਾ ਲਾ ਲਿਆ ਜੀ, ਘੁਮਿਆਰਿਆਂ ਦਾ ਲਾ ਲਿਆ ਜੀ, ਸੁਨਿਆਰਿਆਂ ਦਾ ਲਾ ਲਿਆ ਜੀ, ਫਲਾਨਾ ਲਾ ਲਿਆ। ਉਹ ਅਸੀਂ ਇੱਕ ਖਾਨਾ ਪੂਰਤੀ ਕਰਦੇ ਹਾਂ ਭੈਣ ਜੀ ਨੂੰ ਦਿਖਾਉਣ ਵਾਸਤੇ ਕਿ ਲਓ ਜੀ ਅਸੀਂ ਆਹ ਸਾਰਾ ਕੰਮ A ਤੋਂ ਲੈ ਕੇ Z ਤੱਕ ਕਰ ਲਿਆ ਜੀ। ਹੁਣ ਵੋਟ ਜਿਹੜੀ ਪੈਣੀ ਆ ਉਹ ਤਾਂ ਗਰਾਊਂਡ ਤੋਂ ਪੈਣੀ ਹੈ ਨਾ, ਵੋਟ ਤਾਂ ਗਰਾਊਂਡ ਤੋਂ ਪੈਣੀ ਹੈ ਨਾ। ਗਰਾਊਂਡ ਦੇ ਵਿੱਚ ਸਾਡੇ ਲੀਡਰ ਜਾ ਕੇ ਕੰਮ ਕਰਦੇ ਆ। ਪੰਜਾਬ ਦਾ 12,000 ਪਿੰਡ ਆ, 12,000 ਪਿੰਡਾਂ ਦੇ ਵਿੱਚ ਆਹ ਦੁਆਬੇ ਨੂੰ ਛੱਡ ਦਿਓ, ਹੁਣ ਤਾਂ ਦੁਆਬੇ ਦਾ ਗ੍ਰਾਫ ਵੀ ਡਾਊਨ ਆ। ਦੁਆਬੇ ਨੂੰ ਛੱਡ ਦਿਓ, ਮਾਲਵੇ 'ਚ ਜਾ ਕੇ ਦੱਸ ਦਿਓ, ਤਾਂ ਮਾਝੇ 'ਚ ਜਾ ਕੇ ਮੈਨੂੰ ਬਸਪਾ ਦਿਖਾ ਦਿਓ ਕਿੱਥੇ ਆ। ਨਹੀਂ ਤਾਂ ਅੱਜ ਦੀ ਡੇਟ ਵਿੱਚ ਜਿੱਥੇ ਕਿਤੇ 2-2 ਗਰੁੱਪ ਚੱਲ ਰਹੇ ਬਸਪਾ ਦੇ, ਇੱਕ ਗਰੁੱਪ ਕਾਂਗਰਸ ਦੇ ਨਾਲ ਚੱਲ ਰਿਹਾ, ਇੱਕ ਅਕਾਲੀ ਦਲ ਦੇ ਨਾਲ ਚੱਲ ਰਿਹਾ। ਸੈਲਫ ਡਿਪੈਂਡ ਹੋ ਕੇ ਗਰੁੱਪ ਕਿੱਥੇ ਚੱਲ ਰਹੇ ਮੈਨੂੰ ਉਹ ਤਾਂ ਦਿਖਾਓ। ਉਹ ਉਦਣ ਚੱਲਣਗੇ ਜਿੱਦਣ ਗਰਾਊਂਡ ਰਿਐਲਿਟੀ ਸਾਡੀ ਬਿਲਕੁਲ ਠੀਕ ਹੋ ਗਈ, ਗਰਾਊਂਡ ਤੋਂ ਸਾਡਾ ਵਰਕਰ ਉੱਠ ਕੇ ਖੜਾ। ਹੁਣ ਤੁਸੀਂ ਫਗਵਾੜੇ ਜਾਓਗੇ, ਇੱਕ ਹਰਦਾਸਪੁਰ ਦਾ ਉੱਥੇ ਝੰਡਾ ਲੈ ਕੇ ਖੜਾ ਸੜਕ 'ਤੇ, ਉਹ ਮਿਸ਼ਨਰੀ ਬੰਦਾ, ਉਹ ਵਿਚਾਰਾ ਮੇਰੇ ਕੋਲ ਵੀ ਆਉਂਦਾ ਹੁੰਦਾ। ਮੈਂ ਜਦੋਂ ਆਉਂਦਾ ਹੁੰਦਾ ਉਹਨੂੰ ਚਾਹ ਪਾਣੀ ਪਿਲਾਈਦਾ, ਉਹਨੂੰ ਥੋੜ੍ਹੇ ਬਹੁਤ ਪੈਸੇ ਦੇ ਦੇਈਦਾ, ਵਿਚਾਰਾ ਝੰਡਾ ਤਾਂ ਚੁੱਕਿਆ ਨਾ ਉਹਨੇ। ਹੁਣ ਉਹ ਜਿਹੜਾ ਬੰਦਾ ਮਿਸ਼ਨਰੀ ਬੰਦਾ, ਉਹਨੂੰ ਕਿਤੇ ਪੁੱਛ ਕੇ ਦੇਖਿਓ, ਉਹ ਕਹਿੰਦਾ ਜੀ ਪਾਰਟੀ 'ਚ ਕੋਈ ਲੀਡਰ ਰਹੇ ਨਾ ਰਹੇ, ਪਾਰਟੀ ਰਹੇ ਨਾ ਰਹੇ, ਮਗਰ ਮੈਂ ਤਾਂ ਜੀਂਦਾ ਹੀ ਹਾਂ, ਮੈਂ ਤਾਂ ਝੰਡਾ ਚੱਕੀ ਰੱਖਣਾ। ਇੱਦਾਂ ਹੀ CPI CPM ਲੈ ਲਓ, ਉਹ ਵੀ ਕਹਿੰਦੇ ਪਾਰਟੀ 'ਚ ਕੋਈ ਰਹੇ ਨਾ ਰਹੇ, ਪਾਰਟੀ ਰਹੇ ਨਾ ਰਹੇ, ਅਸੀਂ ਇੱਥੇ ਹੀ ਰਹਿਣਾ। ਇੱਦਾਂ ਹੀ ਹੁਣ 1% ਜਿਹੜੇ ਲੋਕ ਹੈ ਨਾ, ਇਹ ਉਹੀ ਆ ਜਿਹੜੇ ਕਹਿੰਦੇ ਕਿ ਮਰਨਾ ਹੀ ਇੱਥੇ ਆ। ਨਹੀਂ ਤਾਂ ਜਿਹੜੇ ਲੋਕ
ਅਕਲਮੰਦ ਕਹਿ ਲਓ, ਦਿਮਾਗੀ ਤੌਰ 'ਤੇ ਲਾਮਬੰਦ ਕਹਿ ਲਓ, ਜਿਹੜੇ ਸਾਹਿਬ ਕਾਂਸ਼ੀ ਰਾਮ ਜੀ ਤੋਂ ਸਿੱਖਿਆ ਲੈ ਕੇ ਚੱਲੇ ਹੋ ਆ, ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਪੜ੍ਹੇ ਹੋ ਆ, ਮਹਾਤਮਾ ਜੋਤੀਬਾ ਫੂਲੇ ਨੂੰ ਪੜ੍ਹੇ ਹੋ ਆ, ਗੁਰੂ ਗ੍ਰੰਥ ਸਾਹਿਬ ਦੀ ਐਨਾਲਿਸਿਸ ਕੀਤਾ ਆ, ਜਿਹੜੇ ਇਹ ਲੋਕ ਆ ਉਹ ਇਹ ਸੋਚ ਕੇ ਬੈਠੇ ਆ ਕਿ ਅਸੀਂ ਇਹ ਸਮਾਜ ਲਈ ਕੋਈ ਬੰਦੇ ਇਹ ਸੋਚਦੇ ਕਿ MLA ਬਣ ਕੇ ਅਸੀਂ ਕੁਝ ਕਰੀਏ, ਕੋਈ ਬੰਦੇ ਇਹ ਕਹਿੰਦੇ ਕਿ ਅਸੀਂ ਸੂਬੇ ਦੇ ਬੁਨਿਆਦੀ ਮਸਲਿਆਂ ਨੂੰ ਲੈ ਕੇ ਚੱਲੀਏ ਤਦ ਅਸੀਂ ਕੁਝ ਕਰ ਸਕਦੇ ਹਾਂ, ਕਿਉਂਕਿ ਸਾਡੀ ਜਥੇਬੰਦੀ ਕੇਂਦਰ ਦੇ ਨਾਲ ਜੁੜੀ ਹੈ, ਸਾਡਾ ਤਾਂ ਨੈਸ਼ਨਲਾਈਜ਼ ਪਾਰਟੀ ਹੈ ਨਾ, ਅਸੀਂ ਤਾਂ ਭੈਣ ਜੀ ਨੇ ਜੋ ਆਰਡਰ ਕਰਨਾ ਉਹ ਕਰਨਾ। ਜੇ ਉਹਨਾਂ ਨੇ ਕਹਿਤਾ ਪੰਜਾਬ 'ਚ ਸਮਝੌਤਾ ਕਰ ਲਓ ਅਕਾਲੀਆਂ ਨਾਲ ਜਾਂ ਕਾਂਗਰਸੀਆਂ ਨਾਲ ਤਾਂ ਸਮਝੌਤਾ ਹੋ ਜਾਊ, ਜੇ ਉਹਨਾਂ ਨੇ ਕਹਿਤਾ ਨਹੀਂ ਵੀ ਹਮ ਤਾਂ ਅਕੇਲੇ ਲੜेंगे ਤਾਂ ਪੰਜਾਬ 'ਚ ਵੀ ਅਕੇਲੇ ਲੜेंगे। ਤੇ ਜਿਹੜਾ ਸਾਡਾ ਇੱਥੇ ਦਾ ਵੋਟਰ ਆ ਉਹ ਪੜ੍ਹਿਆ ਲਿਖਿਆ ਵੋਟਰ ਆ, ਇਹ ਯੂਪੀ ਬਿਹਾਰ ਨਹੀਂ ਹੈ। ਪੰਜਾਬ ਦੇ ਲੋਕ ਪੜ੍ਹੇ ਲਿਖੇ ਇੰਟੈਲੈਕਚੁਅਲ ਲੋਕ ਆ, ਜਿਹੜੇ ਪਿੰਡਾਂ 'ਚ ਵੀ ਬੈਠੇ ਉਹ ਅਖਬਾਰਾਂ ਵੀ ਪੜ੍ਹਦੇ ਆ, ਲੈਪਟਾਪ ਵੀ ਲੈ ਕੇ ਬੈਠੇ ਆ, ਮੋਬਾਈਲ ਸੈੱਟ ਵੀ ਲੈ ਕੇ ਬੈਠੇ ਆ, ਆਨਲਾਈਨ ਸਭ ਕੁਝ ਚੈੱਕ ਕਰਦੇ ਆ। ਉਹਨਾਂ ਦੇ ਕੋਲ ਹੁਣ ਬ੍ਰੇਨ ਆ, ਦਿਮਾਗ ਆ, ਉਹ ਸੋਚਦੇ ਆ ਵੀ ਜਿਹੜਾ ਮੂਹਰੇ ਲੀਡਰ ਬੈਠਾ ਇਹ ਮੈਨੂੰ ਕਿਹੜੀ ਨਵੀਂ ਗੱਲ ਸੁਣਾਉਂਦਾ। ਜੇ ਤੁਹਾਡੇ ਕੋਲ ਇਹ ਇਨਪੁਟ ਹੈ, ਆਊਟਪੁੱਟ ਹੈ ਵੀ ਤੁਸੀਂ ਕੋਈ ਨਾ ਕੋਈ ਨਵੀਂ ਗੱਲ, ਨਵੀਂ ਟੈਕਨੀਕ, ਨਵੀਂ ਅਥਾਰਟੀ ਪੈਦਾ ਕਰਕੇ ਤੁਸੀਂ ਲੋਕਾਂ ਨੂੰ ਜਾ ਕੇ ਸੁਣਾ ਸਕਦੇ ਆ ਤਾਂ ਲੋਕ ਤੁਹਾਡੇ ਮਗਰ ਚੱਲਣ ਲਈ ਤਿਆਰ ਆ। ਤੇ ਜੇ ਤੁਸੀਂ ਹੁਣ ਅੱਜ ਤੋਂ 1947 ਤੋਂ ਪੁਰਾਣੀਆਂ ਗੱਲਾਂ ਹੀ ਸੁਣਾਈ ਜਾਣੀਆਂ, ਨਹੀਂ ਜੀ ਹਮ ਐਸੇ ਕਰਾਂਗੇ ਵੈਸੇ ਕਰਾਂਗੇ, ਫਿਰ ਕੱਖ ਨਹੀਂ ਹੋਣਾ। ਆ 1% ਤੋਂ ਵੋਟ ਬੈਂਕ ਘਟਣਾ, ਤੁਸੀਂ ਵੀ ਇੱਥੇ ਮੈਂ ਵੀ ਇੱਥੇ ਹਾਂ, ਇਹ 0.001% ਰਹਿ ਜਾਣਾ, ਜਾਣੀ ਕਿ ਇਹਦੇ ਵਿੱਚੋਂ ਵੀ 1000% ਪਿੱਛੇ ਨੂੰ ਹੋਰ ਚਲੇ ਜਾਵਾਂਗੇ। ਜੇ ਅੱਜ ਸਰ ਆਪਾਂ ਗੱਲ ਕਰੀਏ ਕਿ ਇੱਕ ਪਾਰਟੀ ਦੇ ਵਿੱਚ ਰਹਿਣ ਵਾਲਾ ਬੰਦਾ ਜੋ ਅੱਜ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਵੀ ਬਹੁਜਨ ਸਮਾਜ ਪਾਰਟੀ ਦੇ ਵਿੱਚ ਤੁਸੀਂ ਇਹ ਗੱਲਾਂ ਕਰ ਰਹੇ ਆ ਤੇ ਹੋਰ ਪਾਰਟੀਆਂ ਇਹ ਗੱਲਾਂ ਉਹ ਤਾਂ ਕਰਨਗੇ, ਪਰ ਤੁਹਾਨੂੰ ਇਹ ਗੱਲਾਂ ਕਿਉਂ ਕਰਨ ਦਾ ਹੋ ਰਿਹਾ? ਜਦੋਂ ਗੱਲੇ ਨਹੀਂ ਸੁਣਦੇ ਜੀ ਕਿਸੇ ਦੀ। ਮੈਂ ਲਾਸਟ ਟਾਈਮ ਗਿਆ ਸੀ, ਇੱਦਾਂ ਹੀ ਕੁਰਸੀਆਂ ਲਾ ਕੇ ਬੈਠੇ ਸੀ ਮੋਹਰੇ, ਇਹ ਰਾਜਾ ਰਾਮ ਜੀ ਬੈਠੇ ਸੀ, ਬੇਨੀਵਾਲ ਬੈਠਾ ਸੀ, ਉੱਥੇ ਜਸਵੀਰ ਸਿੰਘ ਗੜੀ ਵੀ ਬੈਠਾ ਸੀ, ਉੱਥੇ ਰਿਸ਼ਪਾਲ ਸਿੰਘ ਰਾਜੂ ਵੀ ਬੈਠਾ ਸੀ, ਉੱਥੇ ਹੋਰ 2-4 ਬੰਦੇ ਬੈਠੇ ਸੀ, ਇਹ ਸੁਰਜੀਤ ਸਿੰਘ ਮੰਡ ਜਿਹੜਾ DFO ਉਹ ਵੀ ਉੱਥੇ ਬੈਠਾ ਸੀ। ਮੈਂ ਠੋਕ ਵਜਾ ਕੇ ਕਹਿ ਕੇ ਆਇਆ, ਮੈਂ ਉਹਨਾਂ ਨੂੰ ਕਿਹਾ ਬਈ ਤੁਸੀਂ ਮੇਰੇ ਨਾਲ ਸਹੀ ਨਹੀਂ ਕੀਤਾ ਜੀ। ਮੈਂ ਉਹਨਾਂ ਨੇ ਮੈਨੂੰ ਪਹਿਲਾਂ ਜਦੋਂ ਲੁਧਿਆਣੇ ਲਾਇਆ ਸੀ, ਮੈਨੂੰ ਉਹਨਾਂ ਨੇ ਕਿਹਾ ਸੀ ਤੁਹਾਨੂੰ ਅਸੀਂ MP ਦੀ ਇਲੈਕਸ਼ਨ ਲੜਾਉਣਾ। ਮੇਰੀ ਕੋਈ ਟਿਕਟ ਦੀ ਡਿਮਾਂਡ ਨਹੀਂ ਸੀ, ਉਹ ਬਾਬੇ ਨਾਨਕ ਦੀ ਫੋਟੋ ਮੱਥੇ ਲੱਗਦੀ ਹੈ, ਨਹੀਂ ਤਾਂ ਉਹਨਾਂ ਨੂੰ ਵੀ ਪੁੱਛ ਲਓ, ਮੈਂ ਕਦੇ ਟਿਕਟ ਨਹੀਂ ਮੰਗੀ, ਆਪ ਹੀ ਉਹਨਾਂ ਨੇ ਕਿਹਾ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਟਿਕਟ ਮੰਨ ਲਓ ਸਿਮਰਜੀਤ ਸਿੰਘ ਬੈਂਸ ਨੂੰ ਦੇਣੀ ਸੀ, ਤੁਸੀਂ ਮੈਨੂੰ ਭਰੋਸੇ 'ਚ ਤਾਂ ਲੈਂਦੇ ਨਾ ਵੀ MP ਸਿੰਘ ਇੱਦਾਂ ਦਾ ਆਪਾਂ ਸਮਝੌਤਾ ਕੀਤਾ, ਟਿਕਟ ਦੇ ਦਈਏ। ਜੇ ਮੈਂ ਤੁਹਾਡਾ ਵਿਰੋਧ ਕਰਦਾ ਫਿਰ ਤੁਸੀਂ ਕਹਿੰਦੇ ਮੈਂ ਤੁਹਾਨੂੰ ਕਹਿ ਦੇਣਾ ਦੇ ਦਿਓ ਜੀ। ਨਹੀਂ ਜੇ ਅੱਜ ਉਹ ਕਹਿਣਗੇ ਟਿਕਟ ਦੇ ਕਰਕੇ MP ਸਿੰਘ ਰਾਏ ਵਿਰੋਧ ਕਰ ਰਿਹਾ। ਨਹੀਂ ਟਿਕਟ ਤਾਂ ਮੈਂ ਮੰਗਦਾ ਹੀ ਨਹੀਂ, ਮੈਂ ਅੱਜ ਤੱਕ ਨਹੀਂ ਮੰਗੀ। ਮੈਂ ਤਾਂ ਹੁਣ ਉੱਦਾਂ ਹੀ ਹੱਥ ਜੋੜ ਕੇ ਆ ਗਿਆ, ਇੱਦਾਂ ਮੱਥਾ ਟੇਕ ਕੇ ਆ ਗਿਆ ਜੀ ਵੀ ਮੈਂ ਨਹੀਂ ਕੰਮ ਕਰਨਾ ਤੁਹਾਡੇ ਲਈ, ਮੈਂ ਪਾਰਟੀ 'ਚ ਰਹੂੰਗਾ, ਜਿੰਨਾ ਮੈਂ ਸਮਾਜ ਦਾ ਹੋ ਸਕੂਗਾ ਨਿੱਜੀ ਤੌਰ 'ਤੇ ਕਰੀ ਜਾਊਂਗਾ। ਜਿੰਨੇ ਲੋਕ ਮੇਰੇ ਕੋਲ ਆਉਂਦੇ ਆ ਉਹਨਾਂ ਦੇ ਮੈਂ ਕੰਮ ਕਰਾਉਣਾ, ਜਾਣਨਾ ਵੀ ਹਾਂ। ਪਰ ਮੈਂ ਜੇ ਤੁਹਾਡੇ ਕੋਲ ਮੈਂ ਤੁਹਾਡੀ ਅਗਵਾਈ 'ਚ ਮੈਂ ਨਹੀਂ ਕੰਮ ਕਰਨਾ, ਕਿਉਂਕਿ ਤੁਹਾਡੀ ਅਗਵਾਈ ਨਹੀਂ ਸਹੀ ਹੈ। ਜਿੰਨੀ ਦੇਰ ਤੱਕ ਜਿਹੜਾ ਲੀਡਰ ਜਨਤਾ ਨੂੰ ਲੀਡ ਕਰਦਾ ਜਾਂ ਆਪਣੀ ਲੀਡਰਸ਼ਿਪ ਨੂੰ ਲੀਡ ਕਰਦਾ ਹੈ ਨਾ, ਇਹ ਲੀਡਰ ਔਰ ਲੀਡਰਸ਼ਿਪ, ਲੀਡਰ ਪਲੱਸ ਸ਼ਿਪ, ਇਹ ਇਹਨਾਂ ਦਾ ਇੱਕ ਅਰਥ ਆ ਜੀ। ਇਹ ਲੀਡਰਸ਼ਿਪ ਦਾ ਮਤਲਬ ਆ ਵੀ ਜਿਹਦੀ ਅਗਵਾਈ 'ਚ ਤੁਸੀਂ ਕੰਮ ਕਰ ਰਹੇ ਹੋ ਕਿ ਉਹ ਉਸ ਕਾਬਲ ਹੈ। ਮੈਨੂੰ ਉਹ ਕਾਬਲੀਅਤ ਨਾ ਬੇਨੀਵਾਲ 'ਚ ਨਜ਼ਰ ਆਉਂਦੀ ਹੈ ਤੇ ਨਾ ਮੈਨੂੰ ਇਹਦੇ ਵਿੱਚ ਜਸਵੀਰ ਸਿੰਘ ਗੜੀ 'ਚ ਨਜ਼ਰ ਆਈ। ਹਾਂ, ਜਿਹੜਾ ਰਿਸ਼ਪਾਲ ਸਿੰਘ ਰਾਜੂ ਸੀ ਉਹ ਭਲਾ ਮਾਨਸ ਬੰਦਾ ਸੀ, ਡਿਪਲੋਮੈਟਿਕਲੀ ਨਹੀਂ ਸੀ। ਉਹ ਮੇਰੇ ਕੋਲ ਇੱਥੇ ਕਈ ਗੇੜੇ ਮਾਰ ਕੇ ਗਿਆ। ਮੈਂ ਉਹਨੂੰ ਕਹਿ ਦਿੱਤਾ ਸੀ ਵੀ ਮੈਂ ਤਾਂ ਆਲਰੇਡੀ ਜਿਹੜਾ BJP ਜੁਆਇਨ ਕੀਤੀ ਹੋਇਆ ਤਾਂ ਮੈਂ ਆਪਣੇ ਸੋਸ਼ਲੀ ਕੰਮ ਕਰਦਾ, ਤਾਂ ਉਹ ਮੈਨੂੰ ਮਗਰ ਪਿਆ ਰਿਹਾ। ਤਾਂ ਮੈਂ ਉਹਨੂੰ ਕਹਿ ਦਿੱਤਾ ਚੱਲ ਠੀਕ ਹੈ ਬਈ ਮੈਂ ਤੇਰੇ ਨਾਲ ਚਲੇ ਚੱਲਦਾ, ਕਿਉਂਕਿ ਉਹ ਵੀ ਸਾਡਾ ਪੁਰਾਣਾ ਸਾਥੀ ਸੀ। ਤਾਂ ਉੱਥੇ ਵੀ ਮੈਂ ਕਦੇ ਟਿਕਟ ਦੀ ਡਿਮਾਂਡ, ਕਦੇ ਅਹੁਦੇ ਦੀ ਡਿਮਾਂਡ। ਅੱਜ 2-3 ਸਾਲ ਹੋ ਚੱਲੇ ਆ, ਮੈਨੂੰ ਇਹ ਇੱਕ ਵਾਰ ਵੀ ਕਹਿ ਦੇਣ ਵੀ MP ਸਿੰਘ ਸਾਤੋਂ ਆਹ ਅਹੁਦਾ ਮੰਗਦਾ। ਮੈਨੂੰ ਇਹਨਾਂ ਨੇ ਖੁਦ ਕਿਹਾ ਤੁਹਾਨੂੰ ਵਾਈਸ ਪ੍ਰੈਜ਼ੀਡੈਂਟ ਬਣਾਉਣਾ, ਮੈਂ ਕਿਹਾ ਨਹੀਂ ਜੀ ਮੈਂ ਨਹੀਂ ਬਣਨਾ, ਜਿਹਨੂੰ ਮਰਜ਼ੀ ਬਣਾਓ, ਹੋਰ ਕੋਈ ਸਮਾਜ ਦਾ ਬੰਦਾ ਲੈ ਆਓ, ਜਿੱਥੇ ਕਿਤੇ ਮੇਰੀ ਜ਼ਰੂਰਤ ਹੋਊਗੀ ਮੈਂ ਤੁਹਾਡੇ ਨਾਲ ਖੜ੍ਹਾ। ਪਰ ਜੇ ਤੁਸੀਂ ਕੰਮ ਵਧੀਆ ਢੰਗ ਨਾਲ ਕਰੋਗੇ ਤਾਂ, ਅਗਰ ਤੁਸੀਂ ਕਲੈਕਟਿਵ ਲੀਡਰਸ਼ਿਪ ਨੂੰ, ਮੈਂ ਕਹਿੰਦਾ ਬੈਕਵਰਡ ਕਲਾਸਿਸ ਨੂੰ ਗੋਲੀ ਮਾਰੋ, ਛੱਡੋ ਇਹਨਾਂ ਨੂੰ। ਇਹ ਜਿਹੜੇ ਆਪਣਾ ਹੀ ਸਮਾਜ ਉਹੀ ਇਕੱਠਾ ਕਰ ਲੈਣਾ। ਜਿਹੜਾ 34% ਇਹ ਕਹਿੰਦੇ ਆ ਕਿ ਦਲਿਤਾਂ ਦੀ ਆਬਾਦੀ ਆ ਪੰਜਾਬ 'ਚ 34%, ਉਹ ਇੱਥੇ ਤਾਂ 20% ਵਾਲਿਆਂ ਦੀਆਂ ਸਰਕਾਰਾਂ ਬਣ ਜਾਂਦੀਆਂ, 34 ਚੋਂ 20 ਪੈ ਜਾਣ, ਦਲਿਤਾਂ ਦੀਆਂ ਇਕੱਲੀਆਂ ਵੋਟਾਂ ਪੈ ਜਾਣ ਤੇ ਉੱਦਾਂ ਹੀ ਗੌਰਮੈਂਟ ਬਣ ਜਾਣੀ ਆ। ਛੱਡੋ ਤੁਸੀਂ ਬੈਕਵਰਡ ਨੂੰ ਵੀ, ਛੱਡੋ ਤੁਸੀਂ ਬਾਹਮਣਾ ਬਾਣੀਆਂ ਨੂੰ ਵੀ, ਛੱਡੋ ਤੁਸੀਂ ਜੱਟਾਂ ਨੂੰ, ਕਿਸੇ ਦੀ ਲੋੜ ਹੀ ਨਹੀਂ ਕੋਈ ਵੀ। ਜਦ ਤੁਹਾਨੂੰ
ਤੁਹਾਡਾ ਹੀ ਸਮਾਜ ਐਕਸੈਪਟ ਕਰਨ ਲਈ ਤਿਆਰ ਨਹੀਂ, ਉਹਦੇ ਵਿੱਚੋਂ ਉਹ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਵੋਟ ਪਾ ਰਿਹਾ, ਤੇ ਸਾਨੂੰ ਪਾਰਟੀ ਨੂੰ ਵੋਟ ਕਿੰਨੀ ਪੈ ਰਹੀ 1%। ਤੇ ਫਿਰ ਦੱਸੋ ਇਹ ਕਾਬਲ ਲੀਡਰ ਆ? ਇਹ ਕਾਬਲ ਲੀਡਰ ਜਿਹੜੇ ਆਪਣੇ ਸਮਾਜ ਨੂੰ ਨਹੀਂ ਆਪਰੇਟ ਕਰ ਸਕਦੇ? ਇਹਨਾਂ 'ਚ ਕਾਬਲੀਅਤ ਹੈ? ਇਹ ਪਾਰਟੀ ਚਲਾਉਣ ਵਾਸਤੇ ਤੁਹਾਨੂੰ ਇਦਾਂ ਦਾ ਹੋਣਾ ਪਊਗਾ ਕਿ ਤੁਹਾਡੇ ਮੂੰਹ 'ਚੋਂ ਇੱਕ ਲਫ਼ਜ਼ ਅਗਰ ਨਿਕਲ ਰਿਹਾ ਤਾਂ ਉਹ ਬਾਹਮਣ ਹੋਵੇ, ਬਾਣੀਆਂ ਹੋਵੇ, ਕਸ਼ਤਰੀ ਹੋਵੇ, ਨਾਈ, ਚੀਰ, ਸ਼ੀਂਬੇ, ਲੋਹਾਰ, ਤਰਖਾਣ, ਗੱਡਰੀਏ, ਕੰਬੋਜ, ਧੋਬੀ, ਮੋਚੀ, ਲਵਾਣੇ, ਜਲਾਹੇ, ਭਾਟ, ਬਾਜੀਗਰ, ਰਹਿਗਰ, ਖਟੀਕ ਹੋਵੇ, ਆ ਧਰਮੀ, ਬਾਲਮੀਕੀ, ਮਜ਼੍ਹਬੀ ਹੋਵੇ, ਉਹ ਲੋਕ ਕਹਿਣ ਵੀ ਹਾਂ ਵੀ ਆ ਕੋਈ ਲੀਡਰ ਬੋਲ ਰਿਹਾ, ਇਸ ਲੀਡਰ ਦੀ ਅਗਵਾਈ ਵਿੱਚ ਯਾਰ ਜਾਣਾ, ਭਾਵੇਂ ਰਾਜ ਸੱਤਾ ਆਵੇ ਚਾਹੇ ਨਾ ਆਵੇ, ਵੋਟ ਇਸ ਬੰਦੇ ਨੂੰ ਪਾਉਣੀ, ਉਹਨੂੰ ਕਾਬਲੀਅਤ ਕਹਿੰਦੇ, ਉਹਨੂੰ ਲੀਡਰਸ਼ਿਪ ਕਹਿੰਦੇ। ਇਹਨਾਂ ਦੇ ਵਿੱਚ ਉਹ ਮੈਨੂੰ ਦਿਸੀ ਨਹੀਂ ਕਦੇ ਵੀ। ਸਰ ਅਖੀਰ ਦੇ ਵਿੱਚ, ਲਾਸਟ ਦੇ ਵਿੱਚ ਜੋ ਦਰਸ਼ਕ ਇਸ ਚੈਨਲ ਨੂੰ ਦੇਖ ਰਹੇ ਨੇ, ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ? ਮੈਂ ਤਾਂ ਡਾਕਟਰ ਅੰਬੇਦਕਰ ਫੈਨ, ਡਾਕਟਰ ਅੰਬੇਦਕਰ ਚੈਨਲ ਜਿਹੜੇ ਵੀ ਸਾਡੇ ਸਾਥੀ ਦੇਖ ਰਹੇ ਆ, ਮੈਂ ਤਾਂ ਉਹਨਾਂ ਨੂੰ ਇਹ ਕਹੂੰਗਾ ਕਿ ਗੈਸ ਸਾਹਿਬ ਕਾਂਸ਼ੀ ਰਾਮ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਉਹ ਸਮਾਜ ਕਦੇ ਅਪਲਿਫਟ ਨਹੀਂ ਹੋ ਸਕਦਾ ਜਿਹਦੀਆਂ ਗੈਰ ਰਾਜਨੀਤਿਕ ਜੜ੍ਹਾਂ ਮਜ਼ਬੂਤ ਨਹੀਂ, ਚਾਹੇ ਉਹ ਪਿੰਡ ਲੈਵਲ ਦਾ, ਚਾਹੇ ਉਹ ਸ਼ਹਿਰ ਲੈਵਲ ਦਾ, ਚਾਹੇ ਉਹ ਜ਼ਿਲ੍ਹੇ ਲੈਵਲ ਦਾ, ਚਾਹੇ ਉਹ ਬਲਾਕ ਲੈਵਲ ਦਾ, ਚਾਹੇ ਉਹ ਸਟੇਟ ਲੈਵਲ ਦਾ। ਪਾਰਟੀ ਤੋਂ ਉੱਪਰ ਉੱਠ ਕੇ ਪਹਿਲਾਂ ਉਹ ਗੈਰ ਰਾਜਨੀਤਿਕ ਜੜ੍ਹਾਂ ਨੂੰ ਪਿੰਡਾਂ ਵਿੱਚ ਮਜ਼ਬੂਤ ਕਰੇ। ਜਦੋਂ ਪਿੰਡਾਂ ਵਿੱਚ ਗੈਰ ਰਾਜਨੀਤਿਕ ਜੜ੍ਹਾਂ ਮਜ਼ਬੂਤ ਹੋ ਗਈਆਂ ਤੇ ਰਾਜਨੀਤਿਕ ਜੜ੍ਹਾਂ ਅਸੀਂ ਆਪਣੇ ਆਪ ਲਾ ਲਾਂਗੇ। ਸਾਡੀ ਜਿਹੜੀ ਰਾਜਨੀਤਿਕ ਪਾਰਟੀ ਆ ਉਹ ਗੈਰ ਰਾਜਨੀਤਿਕ ਜੜ੍ਹਾਂ ਨੂੰ ਪੱਟਣ ਤੇ ਲੱਗੀ ਹੋਈ ਆ ਔਰ ਰਾਜਨੀਤਿਕ ਜੜ੍ਹਾਂ ਸਾਡੀਆਂ ਲੱਗ ਨਹੀਂ ਰਹੀਆਂ। ਇਹੀ ਕਾਰਨ ਆ ਕਿ ਅੱਜ ਬਹੁਜਨ ਸਮਾਜ ਦੇ ਟੋਟੇ ਹੋਏ ਪਏ ਆ ਤੇ ਉਹ ਸਾਡੇ ਪਾਰਟੀ ਜਿਹੜੀ ਆ ਅਪਲਿਫਟ ਹੋਣੀ ਚਾਹੀਦੀ ਆ, ਉਹ ਡਾਊਨਫਾਲ ਡੇ ਬਾਈ ਡੇ ਜਾ ਰਹੀ ਹੈ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਜੈ ਭੀਮ, ਜੈ ਭਾਰਤ। ਸੋ ਇਹ ਸਨ ਸਾਡੇ ਨਾਲ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਮੀਤ ਪ੍ਰਧਾਨ ਸ਼੍ਰੀ MP ਸਿੰਘ ਗਰਾਇਆ ਜੀ, ਜਿਨ੍ਹਾਂ ਨੇ ਕਿ ਅੱਜ ਬਹੁਤ ਹੀ ਜੋ ਡੂੰਘੀਆਂ ਗੱਲਾਂ ਇਸ ਚੈਨਲ ਦੇ ਰਾਹੀਂ ਸਾਂਝੀਆਂ ਕੀਤੀਆਂ। ਸੋ ਨਵੀਆਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਔਰ ਸ਼ੇਅਰ ਜ਼ਰੂਰ ਕਰੋ ਔਰ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਦਿਓ ਇਜਾਜ਼ਤ, ਧੰਨਵਾਦ।